सत श्री अकाल। तुसीं वेख रहे हो पंजाब मेल USA TV। मैं हाँ संजीव यश खन्ना। कुछ नहीं हो रहा, 3 हफ्ते ਦੇ ਕਰੀਬ ਹੋ ਗਿਆ ਸਮਾਂ, ਕੁਝ ਵੀ ਨਹੀਂ ਹੋ ਰਿਹਾ। ਸਟੈਂਡ ਸਟਿਲ ਵਾਲੀ ਪੋਜੀਸ਼ਨ ਹੈ, ਮਤਲਬ ਉਹੀਓ ਰੂਟੀਨ ਦੀਆਂ ਗੱਲਾਂ, ਉਹੀਓ ਰੂਟੀਨ ਦੀਆਂ ਬਾਤਾਂ, ਉਹੀਓ ਰੂਟੀਨ ਦੇ ਕੰਮ, ਨਥਿੰਗ ਨਿਊ, ਨਥਿੰਗ ਕ੍ਰੀਏਟਿਵ। ਹੁਣ ਕੀ ਕਰੀਏ, ਕਿਉਂਕਿ ਦੋਵੇਂ ਧਿਰਾਂ ਇਹੀ ਗੱਲਾਂ ਕਰਦੀਆਂ ਪਈਆਂ ਨੇ। ਡੋਨਲਡ ਟਰੰਪ, ਕਮਲਾ ਹੈਰਿਸ, ਦੋਵੇਂ ਕੈਂਪ ਇਹੀ ਗੱਲਾਂ ਕਰਦੇ ਪਏ ਨੇ ਕਿ ਕੁਝ ਨਵਾਂ ਨਹੀਂ ਹੋ ਰਿਹਾ। ਮਤਲਬ ਨਵਾਂ ਕੀ ਕਰੋਗੇ, ਕੀ ਹੋਊਗਾ, ਇਹ ਵੀ ਸੋਚਣ ਵਾਲੀ ਗੱਲ ਆ। ਇਲੈਕਸ਼ਨਸ ਨੇ, ਆ ਰਹੀਆਂ ਨੇ, ਤੁਸੀਂ ਪੂਰਾ ਜ਼ੋਰ ਲਾ ਰਹੇ ਹੋ, ਹਰ ਥਾਂ ਤੇ ਜਾ ਰਹੇ ਹੋ, ਵੋਟਰਸ ਨੂੰ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਡੇ ਵੋਲੰਟੀਅਰਸ ਲੱਗੇ ਹੋਏ ਨੇ, ਮੀਡੀਆ ਦਾ ਪੂਰਾ ਇਸਤੇਮਾਲ ਹੁੰਦਾ ਪਿਆ, ਥਾਂ ਥਾਂ ਦੇ ਉੱਤੇ ਕੈਂਪੇਨਸ ਕਰਦੇ ਹੋ, ਇੱਕ ਦੂਜੇ ਦੇ ਖਿਲਾਫ ਜੋ ਮਰਜ਼ੀ ਹੈ ਬੋਲਦੇ ਹੋ, ਪਬਲਿਕ ਇਸ ਨੂੰ ਦੇਖਦੀ ਹੈ, ਕੋਖਦੀ ਹੈ, ਸਭ ਕੁਝ ਤੇ ਚੱਲਦਾ ਪਿਆ, ਪਰ ਸਟਿਲ ਕੁਝ ਨਵਾਂ ਨਹੀਂ ਹੋ ਰਿਹਾ। ਖਾਸ ਕਰਕੇ ਅਨਡਿਸਾਈਡਡ ਵੋਟਰਸ ਵੱਲ ਉਹਨਾਂ ਦਾ ਇਸ਼ਾਰਾ ਚਲਾ ਜਾਂਦਾ ਹੈ, ਕਿਉਂਕਿ ਕਿਤੇ ਨਾ ਕੋਈ ਫਰੂਟਫੁਲ ਰਿਜ਼ਲਟ ਨਹੀਂ ਆ ਰਹੇ, ਕੁਝ ਪੱਲੇ ਨਹੀਂ ਪੈ ਰਿਹਾ ਇੰਨੀ ਕੋਸ਼ਿਸ਼ ਕਰਨ ਤੋਂ ਬਾਅਦ ਵੀ। ਅਨਡਿਸਾਈਡਡ ਵੋਟਰਸ ਇਹ ਗੇਮ ਬੜੀ ਪਿਆਰੀ ਖੇਡਦੇ ਨੇ, ਚੁੱਪ-ਚਾਪ ਖੇਡ ਜਾਂਦੇ ਨੇ। ਮੀਸਣੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ, ਇਹ ਮੀਸਣੇ ਵੋਟਰਸ ਜਿਹੜੇ ਨੇ ਨਾ, ਇਹਨਾਂ ਨੂੰ ਸਮਝਣਾ ਥੋੜ੍ਹਾ ਮੁਸ਼ਕਿਲ ਹੈ। ਸੋ ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਇੰਡੀਆ ਇੰਟਰਨੈਸ਼ਨਲ, ਕੁਝ ਉਹ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। ਕਮਲਾ ਹੈਰਿਸ ਦੇ ਕੰਪ ਦੇ ਲੋਕ ਜੋ ਨੇ ਥਾਂ ਥਾਂ ਤੇ ਜਾਂਦੇ ਨੇ, ਕਈ ਵਾਰ ਤੇ ਲੋਕਾਂ ਦੇ ਘਰਾਂ 'ਚ ਵੀ ਜਾ ਕੇ ਉਹਨਾਂ ਨੂੰ ਐਜੂਕੇਟ ਕਰਦੇ, ਪਰ ਅੱਜ ਕੱਲ੍ਹ ਇਹ ਸਟਾਪ ਕੀਤਾ ਹੋਇਆ। ਐਪਸ ਦੇ ਉੱਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋਏ ਸਾਰੇ ਥਾਂ ਦੇ ਉੱਤੇ ਆਪਣੀ ਗੱਲਬਾਤ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਹਰ ਇਨਸਾਨ ਸੋਸ਼ਲ ਮੀਡੀਆ ਤੇ ਮੋਬਾਈਲ ਤੇ ਸਾਰੇ ਹੀ ਹੈਗੇ ਨੇ। ਵੱਖ-ਵੱਖ ਐਪਸ ਹੈਗੀਆਂ ਨੇ, ਤੁਸੀਂ ਆਪਣੀ ਪ੍ਰਮੋਸ਼ਨ ਕਰ ਸਕਦੇ ਹੋ, ਤੁਸੀਂ ਲੋਕਾਂ ਤੱਕ ਪਹੁੰਚ ਸਕਦੇ ਹੋ, ਆਪਣੇ ਟਾਰਗੇਟ ਆਡੀਅנס ਨੂੰ ਕਰੈਕ ਕਰ ਸਕਦੇ ਹੋ, ਆਪਣੇ ਵੱਲ ਵੋਟਾਂ ਪਾਉਣ ਵਾਸਤੇ ਤਿਆਰ ਕਰ ਸਕਦੇ ਹੋ। ਐਨੀਥਿੰਗ ਕੈਨ ਹੈਪਨ, ਕਿਉਂਕਿ ਮੀਡੀਆ ਦੀ ਪਾਵਰ ਬੜੀ ਜ਼ਬਰਦਸਤ ਪਾਵਰ ਹੈ। ਇਸ ਕਰਕੇ ਉਹ ਵੋਟਰਸ ਜਿਹੜੇ ਅਨਡਿਸਾਈਡਡ ਨੇ, ਉਹਨਾਂ ਵਾਸਤੇ ਕਾਫੀ ਪੈਸਾ ਖਰਚ ਹੋ ਰਿਹਾ ਹੈ, ਐਡਵਰਟਾਈਜ਼ਿੰਗ ਖਰਚ ਹੋ ਰਹੀ ਹੈ, ਕਿਉਂਕਿ ਇਹ ਐਡਵਰਟਾਈਜ਼ਿੰਗ ਹੀ ਹੈ ਸਾਰੀ ਜਿਹਨੂੰ ਖਰਚ ਕਰ ਰਹੇ ਹਾਂ ਅਸੀਂ ਥਾਂ ਥਾਂ ਦੇ ਉੱਤੇ। ਕੈਂਪੇਨਸ, PR ਕੈਂਪੇਨਸ, TV ਇੰਟਰਵਿਊਜ਼, ਰੇਡੀਓ ਇੰਟਰਵਿਊਜ਼, ਪੋਡਕਾਸਟ, ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ, ਤਮਾਮ ਗੱਲਾਂ ਤੁਸੀਂ ਆਪੇ ਸੋਚ ਲਓ। ਉਹ ਵੀ ਸਾਰੀਆਂ ਗੱਲਾਂ, ਉਹ ਸਾਰੀਆਂ ਗੱਲਾਂ ਐਡਵਰਟੀਜ਼ਮੈਂਟ ਹੈ। ਤੁਸੀਂ ਆਪਣੇ ਇਮੇਜ ਬਿਲਡਿੰਗ ਵਾਸਤੇ ਕੰਮ ਕਰਦੇ ਪਏ ਹੋ। ਇਸ ਕਰਕੇ ਹੁਣ ਪਰਸਨਲੀ 1 to 1 ਕੋਲ ਜਾਣ ਦੀ ਨਾ ਤਾਂ ਲੋੜ ਹੈ ਤੇ ਨਾ ਸਮਾਂ ਹੈ। ਇਸ ਕਰਕੇ ਅਪਰੋਚ ਹੁਣ ਤੁਸੀਂ ਐਪਸ 'ਤੇ ਕਰਦੇ ਹੋ, ਮੀਡੀਆ ਦੇ ਰਾਹੀਂ ਕਰਦੇ ਹੋ, ਔਰ ਥਾਂ ਥਾਂ ਦੇ ਉੱਤੇ ਜਿਹੜੇ ਪੋਡਕਾਸਟ ਹੁੰਦੇ ਨੇ, ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਨੇ, ਉਹਦੇ ਲਈ ਤੁਹਾਡੀ ਚਰਚਾ ਵੀ ਬਣਦੀ ਹੈ। ਸੋ ਇਹ ਇੱਕ ਤਰੀਕਾ ਹੈ ਆਪਣੇ ਆਪ ਨੂੰ ਪ੍ਰਮੋਟ ਕਰਨ ਦਾ। ਔਰ ਤਕਰੀਬਨ 3 ਹਫ਼ਤੇ ਹੀ ਰਹਿ ਗਏ ਨੇ, ਤੇ 3 ਹਫ਼ਤੇ ਤੋਂ ਕੁਝ ਹੁੰਦਾ ਹੀ ਨਹੀਂ ਪਿਆ, ਤੇ 3 ਹਫ਼ਤੇ ਰਹਿ ਗਏ ਨੇ। ਲਓ ਜੀ, ਇਹਦਾ 1.5 ਮਹੀਨਾ ਬਣ ਗਿਆ। ਥੋੜ੍ਹਾ ਬਹੁਤ ਤੇ ਹੁੰਦਾ, ਉਹ ਤਾਂ ਹਲਚਲ ਹੋਏਗੀ ਉਹ, ਪਰ ਫਿਰ ਵੀ ਕਈ ਪ੍ਰੈਸ਼ਰ ਨੇ ਨਾ, ਇੰਟਰਨੈਸ਼ਨਲ, ਨੈਸ਼ਨਲ, ਲੋਕਲ, ਪੋਲੀਟੀਕਲ ਪ੍ਰੈਸ਼ਰਸ, ਇਹ ਜ਼ਰੂਰੀ ਨੇ। ਔਰ ਇਹਦੇ ਵਿੱਚ ਤੁਸੀਂ ਆਪਣੀ ਕ੍ਰੀਏਟਿਵ ਲਾਈਨ ਕਿੱਦਾਂ ਕੱਢ ਕੇ ਅੱਗੇ ਨਿਕਲਦੇ ਹੋ, ਤੁਸੀਂ ਆਪਣੇ ਆਪ ਨੂੰ ਪ੍ਰਮੋਟ ਕਿਵੇਂ ਕਰਦੇ ਹੋ, ਦੈਟ ਇਜ਼ ਅ ਚੈਲੰਜ, ਔਰ ਇਹ ਹੈ ਤੁਹਾਡਾ ਟੈਲੈਂਟ। ਸੋ ਅਨਡਿਸਾਈਡਡ ਵੋਟਰਸ ਬਾਰੇ ਕਾਫੀ ਕੋਸ਼ਿਸ਼ ਹੋ ਰਹੀ ਹੈ, ਉਹਨਾਂ ਨੂੰ ਹਿਲਾ ਰਹੇ ਨੇ। ਹਿੱਲੋ ਬਈ, ਸੋਫੇ 'ਤੇ ਲੇਟ ਕੇ ਪੋਟੈਟੋ ਚਿਪਸ ਖਾ ਰਹੇ ਨੇ, ਨਾਲ ਕੋਕ ਪੀ ਰਹੇ ਨੇ, ਹੈ ਨਾ, ਕਾਊਚ ਦੇ ਉੱਤੇ ਲੇਟੇ ਹੋਏ ਨੇ। ਸੋ ਉੱਥੋਂ ਉਹਨਾਂ ਨੂੰ ਹਿਲਾ ਕੇ ਉਠਾਉਂਦੇ ਪਏ ਨੇ, ਉੱਠੋ ਉੱਠੋ ਉੱਠੋ, ਵੋਟ ਪਾਉਣ 'ਤੇ ਜਾਓ ਨਾ ਯਾਰ। ਕੁਝ ਵੋਟ ਪਾ ਕੇ ਤੁਸੀਂ ਆਪਣੇ ਦਿਲ ਦੀ ਗੱਲ ਤੇ ਸਾਡੇ ਨਾਲ ਸਾਂਝੀ ਕਰੋ। ਉਹਨਾਂ ਨੂੰ ਹਿਲਾ ਕੇ ਉਹਨਾਂ ਨੂੰ ਐਕਸਟਰਾ ਡੋਜ਼ ਦੇਣ ਦੀ ਲੋੜ ਹੈ, ਤਾਂ ਉੱਠਦੇ ਨੇ, ਹੈ ਨਾ। ਤਾਂ ਕਾਊਚ ਪੋਟੈਟੋ ਆਹ ਚੀਜ਼ ਹੈ ਉਹਨਾਂ ਦੀ, ਕੋਕ ਨਾਲ ਕੰਪਲੀਮੈਂਟਰੀ ਹੈਗਾ। ਸੋ ਇਸ ਕਰਕੇ ਸਾਰਾ ਦਿਨ ਉਹ TV ਦੇਖਣਾ, ਔਰ ਆਪਸ 'ਚ ਬਹਿ ਕੇ ਕੁਝ ਫਾਲਤੂ ਦੀਆਂ ਗੱਲਾਂ ਕਰਨੀਆਂ, ਕੁਝ ਕੰਮ ਦੀਆਂ ਗੱਲਾਂ ਕਰਨੀਆਂ। ਸੋ ਇਹ ਤਮਾਮ ਤਰ੍ਹਾਂ ਦੇ ਜਿਹੜੇ ਵੋਟਰਸ ਨੇ ਨਾ, ਉਹਨਾਂ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਪਏ ਨੇ ਕਿ ਐਟਲੀਸਟ ਬਈ ਹੁਣ ਉੱਠੋ, ਹੁਣ ਸਮਾਂ ਨਹੀਂ ਰਹਿ ਗਿਆ, ਸੋਚੋ, ਦਿਮਾਗ ਦੇ ਉੱਤੇ ਥੋੜ੍ਹਾ ਜ਼ੋਰ ਪਾਓ, ਕਦੀ ਕਦੀ ਸੋਚ ਵੀ ਲੈਣਾ ਚਾਹੀਦਾ, ਇਹ ਵੀ ਕੰਮ ਜ਼ਰੂਰੀ ਆ। ਨਾਓ ਐਕਸਪਰਟਸ ਕਹਿੰਦੇ ਨੇ ਕਿ ਜਿਹੜੇ ਹੁਣ ਇਹ ਅਨਡਿਸਾਈਡਡ ਵੋਟਰਸ ਨੇ ਨਾ, ਜਿਹੜਾ ਤੁਸੀਂ ਸਾਰਿਆਂ ਨੇ ਰੌਲਾ ਪਾਇਆ ਹੋਇਆ ਸਾਰੇ ਪਲੇਟਫਾਰਮਸ ਤੋਂ, ਇਹ ਅਨਡਿਸਾਈਡਡ ਵੋਟਰਸ ਹੁਣ ਅਨਡਿਸਾਈਡਡ ਨਹੀਂ ਹੈਗੇ, ਇਹ ਮੀਸਣੇ ਨੇ, ਬੋਲਦੇ ਨਹੀਂ, ਕਿਉਂਕਿ ਇਹਨਾਂ ਨੂੰ ਪਤਾ ਜੇ ਬੋਲ ਦਿੱਤਾ ਫਿਰ ਤੇ ਗੱਲ ਕਲੀਅਰ ਹੋ ਗਈ ਨਾ ਵੀ ਕਿੱਧਰ ਹੈਗੇ ਆ। ਪਰ ਜਦੋਂ ਤੱਕ ਨਹੀਂ ਬੋਲਦੇ, ਖਾਤਰ ਬੜੀ ਹੁੰਦੀ ਹੈ ਯਾਰ, ਕਿਉਂਕਿ ਉਹ ਸਾਨੂੰ ਆਪਣੇ ਵੱਲ ਲਿਜਾਣ ਵਾਸਤੇ, ਆਪਣੇ ਵੱਲ ਲਿਆਉਣ ਵਾਸਤੇ ਬਹੁਤ ਕੁਝ ਕਰਦੇ ਨੇ। ਜੇ ਕੋਈ ਇੱਦਾਂ ਦੀ ਪਾਲਿਸੀ ਅਨਾਊਂਸ ਕਰ ਦਿੱਤੀ, ਜਿਵੇਂ ਬਲੈਕ ਮੈਨ ਵੋਟਰਸ ਵਾਸਤੇ ਕਮਲਾ ਹੈਰਿਸ ਨੇ ਅਨਾਊਂਸ ਕੀਤੀ ਆ, ਵੀ ਇਹ ਤੁਹਾਨੂੰ ਲੋਨ ਦਿੱਤਾ ਜਾਏਗਾ $20,000 ਪਰ ਹੈਡ,
ਔਰ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ, ਐਂਟਰਪ੍ਰੈਨਿਓਰ ਬਣ ਸਕਦੇ ਹੋ ਤੁਸੀਂ। ਜੇ ਪੈਸੇ ਨਾ ਵੀ ਵਾਪਸ ਕਰਨਾ ਚਾਹੋ ਤਾਂ ਕੋਈ ਗੱਲ ਨਹੀਂ। ਤਾਂ ਫਿਰ ਜਿਹੜੇ ਇਹ ਮੀਸਨੇ ਵੋਟਰ ਇਹਨਾਂ 'ਚ ਸੀਗੇ, ਚੁੱਪਚਾਪ ਰਹਿਣ ਵਾਲੇ, ਅਨਡਿਸਾਈਡਡ, ਜਿਹੜੇ ਦੱਸਦੇ ਸੀ ਕਿ ਅਸੀਂ ਅਨਡਿਸਾਈਡਡ ਹਾਂ, ਉਹਨਾਂ ਨੇ ਜ਼ਰੂਰ ਕਿਹਾ ਹੋਣਾ ਆਪਣੇ ਸਾਥੀਆਂ ਨੂੰ, ਦੇਖਿਆ ਸਾਡੀ ਚੁੱਪ ਕੰਮ ਆ ਗਈ, ਦੇਖਿਆ ਇੱਕ ਪਾਲਿਸੀ ਅਨਾਉਂਸ ਹੋ ਗਈ, ਐਸੇ ਕਰਕੇ ਤਾਂ ਚੁੱਪ ਸੀਗੇ ਅਸੀਂ, ਐਸੇ ਕਰਕੇ ਤਾਂ ਅਸੀਂ ਮੀਸਣੇ ਬਣੇ ਹੋਏ ਸੀ। ਸੋ ਖਾਤਰ ਬੜੀ ਹੁੰਦੀ ਹੈ ਜਦੋਂ ਤੁਸੀਂ ਮੁੱਠੀ ਬੰਦ ਰੱਖਦੇ ਹੋ, ਕਿਉਂਕਿ ਲੋਕ ਮੁੱਠੀ ਖੋਲ ਕੇ ਦੇਖਣਾ ਚਾਹੁੰਦੇ ਨੇ ਤੁਹਾਡੀ ਮੁੱਠੀ 'ਚ ਹੈ ਕੀ। ਭਾਵੇਂ ਕੱਖ ਨਾ ਹੋਵੇ ਪਰ ਫਿਰ ਵੀ ਮੁੱਠੀ ਬੰਦ ਰੱਖੋ। ਇਹ ਬੜਾ ਉਹਲਾ ਸਸਪੈਂਸ ਰੱਖਣਾ ਜ਼ਰੂਰੀ ਹੈ। ਤਾਂ ਇਹੀ ਟਾਰਗੇਟ ਹੈ ਅਨਡਿਸਾਈਡਡ ਵੋਟਰਸ ਦਾ। ਪਰ ਐਕਸਪਰਟਸ ਕਹਿੰਦੇ ਨੇ ਕਿ ਹੁਣ ਅਸੀਂ ਇਹਨਾਂ ਦਾ ਮਨ ਪੜ੍ਹਨ ਦੇ ਵਿੱਚ ਕਾਮਯਾਬ ਹੋ ਗਏ ਹਾਂ। ਸਾਨੂੰ ਪਤਾ ਲੱਗ ਗਿਆ ਵੀ ਅਨਡਿਸਾਈਡਡ ਵੋਟਰਸ ਕੋਈ ਜ਼ਿਆਦਾ ਨਹੀਂ ਰਹਿ ਗਏ, ਇਹਨਾਂ ਦਾ ਸਪੇਸ ਕੋਈ ਜ਼ਿਆਦਾ ਨਹੀਂ ਰਹਿ ਗਿਆ। ਸਾਰਾ ਸਪੇਸ ਕਿਸੇ ਨਾ ਕਿਸੇ ਨੇ ਖਾ ਲਿਆ, ਜਾਂ ਰਿਪਬਲਿਕਨਸ ਨੇ ਜਾਂ ਡੈਮੋਕ੍ਰੇਟਸ ਨੇ। ਪਰ ਇੱਕ ਚੀਜ਼ ਸਿਰਦਰਦੀ ਬਣੀ ਹੋਈ ਹੈ ਕਿ ਜਿਹੜੇ ਇੰਡੀਪੈਂਡੈਂਟ ਕੈਂਡੀਡੇਟਸ ਨੇ, ਥਰਡ ਪਾਰਟੀ, ਉਹ ਸਿਰਦਰਦੀ ਬਣੀ ਹੋਈ ਹੈ। ਹਾਲਾਂਕਿ ਟਰੰਪ ਦੇ ਕੈਂਪ ਵਾਲੇ ਲੋਕ ਇੰਨੀ ਪਰਵਾਹ ਨਹੀਂ ਕਰਦੇ, ਪਰ ਕਮਲਾ ਹੈਰਿਸ ਦੇ ਕੈਂਪ ਦੇ ਲੋਕ ਇਸ ਦੀ ਪਰਵਾਹ ਕਰਦੇ ਨੇ ਕਿ ਇਹ ਥਰਡ ਪਾਰਟੀ ਇੰਡੀਪੈਂਡੈਂਟ ਵੋਟਰਸ, ਇੰਡੀਪੈਂਡੈਂਟ ਕੈਂਡੀਡੇਟਸ, ਇਹ ਸਾਡੀਆਂ ਵੋਟਾਂ ਕਿੰਨੀਆਂ ਤੋੜ ਸਕਦੇ ਨੇ, ਕਰੈਕ ਕਰ ਸਕਦੇ ਨੇ, ਆਪਣੇ ਵੱਲ ਲਿਜਾ ਸਕਦੇ ਨੇ, ਔਰ ਕਿਸ ਸਟੇਟ ਦੇ ਵਿੱਚ, ਸਵਿੰਗ ਸਟੇਟਸ ਦੀ ਆਪਾਂ ਗੱਲ ਕਰਦੇ ਰਹਿੰਦੇ ਹਾਂ, ਸਾਨੂੰ ਕਿੰਨਾ ਕੁ ਨੁਕਸਾਨ ਜਾਂ ਫਾਇਦਾ ਹੋ ਸਕਦਾ। ਸੋ ਇਹ ਚੀਜ਼ਾਂ ਬੜੀਆਂ ਕੋਖਣ ਵਾਲੀਆਂ ਨੇ, ਔਰ ਇਹਦੇ ਉੱਤੇ ਤਮਾਮ ਤਰ੍ਹਾਂ ਦੀਆਂ ਗੱਲਾਂ, ਤਮਾਮ ਤਰ੍ਹਾਂ ਦੀਆਂ ਬਾਤਾਂ, ਸਟ੍ਰੈਟਜੀ ਬਣਦੀ ਪਈ ਹੈ। ਨਾਓ ਇਹਦੇ ਵਾਸਤੇ ਸਾਰੀਆਂ ਕੋਸ਼ਿਸ਼ਾਂ ਹੁੰਦੀਆਂ ਪਈਆਂ ਨੇ। ਜਿਹੜੀਆਂ ਡਿਬੇਟਸ ਹੋਈਆਂ ਸ਼ੁਰੂ ਤੋਂ, ਉਹਦੇ ਵਿੱਚ ਵੀ ਇਹੀ ਗੱਲਾਂ ਹੋਈਆਂ, ਔਰ ਜਿਹੜੀਆਂ ਹੁਣ ਤੱਕ ਚੱਲਦੀਆਂ ਪਈਆਂ ਉਹਦੇ ਵਿੱਚ ਵੀ ਇਹੀ ਗੱਲਾਂ ਹੁੰਦੀਆਂ ਪਈਆਂ ਕਿ ਟਾਰਗੇਟ ਆਡੀਅנס ਕੌਣ ਨੇ। ਇੱਕ ਤਾਂ ਅਨਡਿਸਾਈਡਡ ਵੋਟਰਸ, ਔਰ ਇੱਕ ਉਹ ਵੋਟਰਸ ਜਿਹੜੇ ਆਲਰੇਡੀ ਡਿਸਾਈਡ ਕਰ ਚੁੱਕੇ ਨੇ, ਪਰ ਉਹਨਾਂ ਨੂੰ ਤੋੜਨਾ ਹੈ, ਤੋੜ ਕੇ ਆਪਣੇ ਵੱਲ ਲੈ ਕੇ ਆਉਣਾ ਹੈ। ਇਹ ਹੈ ਪੋਲੀਟੀਕਲ ਗੇਮ ਇਸ ਵਕਤ ਚੱਲ ਰਹੀ। ਸੋ ਆਪਾਂ ਅੱਗੇ ਵਧੀਏ। ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਉਣੇ, ਇੱਕ ਦੂਜੇ ਦੀ ਗੱਲਬਾਤ ਕਰਨੀ, ਕਮਜ਼ੋਰੀਆਂ ਨੂੰ ਹਾਈਲਾਈਟ ਕਰਕੇ ਵੋਟਰਸ ਦੇ ਸਾਹਮਣੇ ਰੱਖਣਾ, ਇਹ ਤਾਂ ਕੰਮ ਹੁੰਦਾ ਪੋਲੀਟੀਸ਼ੀਅਨਸ ਦਾ, ਔਰ ਇਹ ਕੰਮ ਹੋ ਰਿਹਾ ਹਰ ਥਾਂ ਤੇ ਹੁੰਦਾ ਹੈ। ਅਮਰੀਕਾ ਦੇ ਵਿੱਚ ਵੀ ਹੋ ਰਿਹਾ, ਔਰ ਇਹਨਾਂ ਇਲੈਕਸ਼ਨ ਦੇ ਵਿੱਚ ਇਹ ਖਾਸ ਤੌਰ ਤੇ ਹੋ ਰਿਹਾ। ਰੇਸਿਜ਼ਮ ਦੀ ਗੱਲ ਆਪਾਂ ਕਾਫੀ ਕਰ ਚੁੱਕੇ ਹਾਂ, ਪਾਲਿਸੀਜ਼ ਦੀ ਗੱਲ ਆਪਾਂ ਕਾਫੀ ਕਰ ਚੁੱਕੇ ਹਾਂ, ਠੀਕ ਹੈ ਨਾ, ਮਾਈਗ੍ਰੈਂਟਸ, ਐਬੋਰਸ਼ਨ, ਇਕੋਨਮੀ, ਬਹੁਤ ਗੱਲਾਂ ਨੇ, ਔਰ ਇਹ ਸਾਰੇ ਮੁੱਦੇ ਨੇ ਘੁੰਮ ਘੁਮਾ ਕੇ ਉਹੀਓ ਗੱਲਾਂ ਹੈ ਨਾ। ਤਾਂ ਉਹੀ ਗੱਲਾਂ ਹੁਣ ਅੱਗੇ ਵਧਾਈਏ। ਇਹਦੇ ਵਿੱਚ ਹੁਣ ਇੱਕ ਨਵਾਂ, ਇੱਕ ਹੋਰ ਸ਼ਗੂਫਾ ਨਿਕਲਿਆ ਜਿਹੜਾ, ਉਹ ਇਹ ਹੈ ਫਿਟਨੈਸ। ਵਾਈਟ ਹਾਊਸ ਨੇ ਕਮਲਾ ਹੈਰਿਸ ਦੀ ਰਿਪੋਰਟ ਜਾਰੀ ਕੀਤੀ ਹੈ ਫਿਟਨੈਸ ਨੂੰ ਲੈ ਕੇ, ਕਿ ਬੋਡੀਲੀ ਫਿਟ ਨੇ, ਫਿਜ਼ੀਕਲੀ ਫਿਟ ਨੇ, ਮੈਂਟਲੀ ਅਲਰਟ ਨੇ, ਫਿਟ ਨੇ, ਮਤਲਬ ਉਹ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਵਾਸਤੇ ਸਿਹਤ ਯਾਫਤਾ ਨੇ, ਤੰਦਰੁਸਤ ਨੇ, ਬਣਨ ਦੇ ਕਾਬਿਲ ਨੇ। ਜਾਂ ਤਾਂ ਉਹਨਾਂ ਨੇ ਇੱਕ ਪੁਆਇੰਟ ਚੁੱਕਿਆ ਬਈ ਹੁਣ ਡੋਨਲਡ ਟਰੰਪ ਵੀ ਆਪਣੀ ਰਿਪੋਰਟ ਪੇਸ਼ ਕਰਨ। ਆਪਾਂ ਇਹਦਾ ਜ਼ਿਕਰ ਅਕਸਰ ਕਰਦੇ ਹਾਂ। ਹੁਣ ਇਹਦੇ ਉੱਤੇ ਸੇਮ ਸਟ੍ਰੈਟਜੀ ਅਪਣਾਈ ਹੋਈ ਹੈ ਕਮਲਾ ਹੈਰਿਸ ਨੇ, ਜੋ ਡੋਨਲਡ ਟਰੰਪ ਨੇ ਅਪਣਾਈ ਸੀ ਜੋ ਬਾਈਡਨ ਦੇ ਉੱਤੇ, ਬਾਰ-ਬਾਰ ਕਹਿ ਕੇ ਸਿਹਤ 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 ਸਿਹਤ। ਉਹ ਰੇਸ ਤੋਂ ਹੀ ਬਾਹਰ ਹੋ ਗਏ, ਕਮਲਾ ਹੈਰਿਸ ਨੂੰ ਅੱਗੇ ਕਰ ਦਿੱਤਾ। ਹੁਣ ਕਮਲਾ ਹੈਰਿਸ ਲੱਗੇ ਹੋਏ ਨੇ ਸੇਮ ਸਟ੍ਰੈਟਜੀ ਡੋਨਲਡ ਟਰੰਪ ਵਾਲੀ, ਡੋਨਲਡ ਟਰੰਪ ਦੇ ਉੱਤੇ ਹੀ ਸਿਹਤ 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 ਸਿਹਤ। ਡੋਨਲਡ ਟਰੰਪ ਕਹਿੰਦੇ ਨੇ ਕਿ ਬਈ ਮੈਂ ਆਪਣਾ ਰੈਕਟ ਨਹੀਂ ਦੇਵਾਂਗਾ ਫਲੈਟਲੀ, ਵੀ ਇੰਨੇ ਵਾਰ ਮੈਂ ਟੈਸਟ ਦੇ ਚੁੱਕਾ, ਸਭ ਕੁਝ ਠੀਕ ਹੈ, ਮੇਰੇ ਡਾਕਟਰਸ ਕਹਿੰਦੇ ਨੇ ਆਮ ਓਕੇ, ਪਰਫੈਕਟ। 2 ਵਾਰੀ ਮੇਰੀ ਲਾਈਫ ਦੇ ਉੱਤੇ ਅਸੈਸੀਨੇਸ਼ਨ ਦੀ ਅਟੈਂਪਟ ਹੋਈ, ਮੈਂ ਫਿਰ ਵੀ ਕੰਮ ਕਰ ਰਿਹਾ, ਪਰਵਾਹ ਨਹੀਂ। ਹਾਲਾਂਕਿ ਕੌਨਸਪਾਇਰੇਸੀ ਥਿਊਰੀ ਇਹ ਵੀ ਆ ਕਿ ਇਹਨਾਂ ਨੇ ਖੁਦ ਹੀ ਆਪਣੇ ਉੱਤੇ ਇਹ ਅਟੈਕ ਕਰਵਾ ਕੇ ਲੋਕਾਂ ਦੀ ਸਿੰਪਥੀ ਜਿੱਤਣ ਵਾਸਤੇ ਇਹ ਕੰਮ ਕੀਤਾ ਤਾਂ ਕਿ ਵੋਟਾਂ ਇਹਨਾਂ ਨੂੰ ਪੈ ਜਾਣ। ਇਹ ਕੌਨਸਪਾਇਰੇਸੀ ਥਿਊਰੀ ਆ, ਇਹਦੇ ਬਾਰੇ ਕੋਈ ਪੁਖਤਾ ਸਬੂਤ, ਕੋਈ ਗਵਾਹੀ ਨਹੀਂ ਆ, ਬਟ ਲੋਕਾਂ ਦੇ ਵਿੱਚ ਚਰਚਾ ਹੈ। ਸੋਸ਼ਲ ਮੀਡੀਆ, ਯੂ ਨੋ, ਉੱਥੇ ਤੇ ਇਹ ਸਭ ਚੱਲਦਾ। ਸੋ ਉੱਥੇ ਤੇ ਇਹ ਵੀ ਗੱਲਾਂ ਹੋਈਆਂ ਕਿ ਜਿਹੜਾ ਨੈਚੁਰਲ ਡਿਜ਼ਾਸਟਰਸ 6 ਸਟੇਟਸ ਦੇ ਵਿੱਚ ਹੂਰੀਕੇਨ ਆਇਆ, ਉਹ ਜੀ ਵੈਦਰ ਨੂੰ ਕੰਟਰੋਲ ਕਰ ਲਿਆ। ਇੰਨੀ ਸਾਇੰਸ ਨੇ ਤਰੱਕੀ ਕਰ ਲਈ ਹੈ, ਇਹ ਕੁਦਰਤੀ ਨਹੀਂ ਸੀ, ਇਹ ਪੈਦਾ ਕੀਤਾ ਗਿਆ ਵੈਦਰ ਨੂੰ ਕੰਟਰੋਲ ਕਰਕੇ। ਜੋ ਲੋਕ ਇਲੈਕਸ਼ਨਸ ਦੇ ਵਿੱਚ ਗੜਬੜ ਪੈਦਾ ਕਰਨਾ ਚਾਹੁੰਦੇ ਨੇ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ, ਦੱਸੋ ਇੱਥੇ ਤੱਕ ਗੱਲਾਂ। ਰਿਊਮਰਸ, ਕੌਨਸਪਾਇਰੇਸੀ ਥਿਊਰੀ, ਜੋ ਜਿਹਦੇ ਮੂੰਹ 'ਚ ਆਉਂਦਾ ਬੋਲ ਦਿੰਦਾ, ਕਿਸੇ ਨੂੰ ਰੋਕ ਥੋੜ੍ਹਾ ਸਕਦੇ ਹਾਂ। ਸਿਆਣੇ ਕਹਿੰਦੇ ਨੇ ਮਾਰਦੇ ਤਾਂ ਤੇ ਹੱਥ ਫੜ ਲੋਗੇ, ਬੋਲਦੇ ਦੀ ਜ਼ੁਬਾਨ ਤੇ ਫੜ ਨਹੀਂ ਸਕਦੇ, ਜੋ ਮਰਜ਼ੀ ਬੋਲੀ ਜਾਵੇ। ਖੈਰ, ਕਮਿੰਗ ਟੂ ਦ ਪੁਆਇੰਟ, ਬੈਕ ਟੂ ਦ ਪੁਆਇੰਟ। ਸੋ ਪੁਆਇੰਟ ਇਹ ਆ ਕਿ ਡੋਨਲਡ ਟਰੰਪ ਆਊਟਰਾਈਟਲੀ ਡਿਸਮਿਸ ਕਰ ਦਿੰਦੇ ਨੇ ਇਸ ਕੁਐਸਚਨ ਨੂੰ ਹੀ। ਤੁਸੀਂ ਕਿੱਦਾਂ ਪੁੱਛ ਸਕਦੇ ਹੋ ਮੇਰੀ ਫਿਜ਼ੀਕਲ ਫਿਟਨੈਸ ਵਾਸਤੇ? ਆਈ ਐਮ ਓਕੇ, ਆਈ ਐਮ ਫਿਟ, ਯੈਸ। ਔਰ ਕਮਲਾ ਹੈਰਿਸ ਮੇਰੇ ਮੁਕਾਬਲੇ ਕਿਤੇ ਠਹਿਰਦੇ ਨਹੀਂ,
ਇਸ ਕਰਕੇ ਉਹ ਇਦਾਂ ਦੇ ਸਵਾਲ ਚੁੱਕਦੇ ਪਏ ਨੇ ਤਾਂ ਕਿ ਲੋਕਾਂ ਦਾ ਧਿਆਨ ਵੰਡ ਸਕਣ, ਮੇਰੇ ਵੱਲ ਲਿਜਾ ਸਕਣ, ਆਪਣੀਆਂ ਕਮਜ਼ੋਰੀਆਂ ਨੂੰ ਕਵਰ ਅਪ ਕਰਨ ਵਾਸਤੇ ਮੇਰੀ ਸਿਹਤ ਦੇ ਉੱਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਇਹ ਕਮਲਾ ਹੈਰਿਸ ਦੀ ਸਟ੍ਰੈਟਜੀ ਆ, ਗੇਮ ਪਲਾਨ ਆ, ਟਰੈਪ ਹੈ, ਮੈਂ ਇਹਦੇ 'ਚ ਨਹੀਂ ਫਸੂੰਗਾ। ਫਲੈਟਲੀ ਮਨਾ ਕਰ ਦਿੰਦੇ ਨੇ ਕਿ ਨੋ ਮੈਂ ਠੀਕ ਹਾਂ, ਓਕੇ। ਸੋ ਉਹ ਆਪਣਾ ਮੈਡੀਕਲ ਰਿਕਾਰਡ ਜੋ ਹੈ, ਕਰੰਟ ਮੈਡੀਕਲ ਰਿਪੋर्ट ਔਰ ਉਹ ਸਟੇਟਸ ਨਹੀਂ ਇਸ਼ੂ ਕਰ ਰਹੇ। ਔਰ ਕਮਲਾ ਹੈਰਿਸ ਦੂਜੇ ਪਾਸੇ ਲੱਗੇ ਹੋਏ ਨੇ ਇਸੇ ਉੱਤੇ ਜ਼ੋਰ ਲਗਾਉਣ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਮੈਂ ਵਾੜ ਦੇਵਾਂ, ਇਹ ਗੱਲ ਮੈਂ ਪਾ ਦੇਵਾਂ, ਉੱਥੇ ਬੀਜ ਪਾ ਦੇਵਾਂ ਇਸ ਗੱਲ ਦੇ ਔਰ ਫਸਲ ਵੀ ਉੱਗ ਜਾਵੇ। ਕਾਹਦੀ? ਡੋਨਲਡ ਟਰੰਪ ਫਿਜ਼ੀਕਲੀ ਮੈਂਟਲੀ ਫਿਟ ਨਹੀਂ ਹੈਗੇ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਦੇ। ਯੈਸ, ਕਮਲਾ ਹੈਰਿਸ ਇਸ ਦੇ ਉੱਤੇ ਪੂਰਾ ਜ਼ੋਰ ਦੇ ਰਹੇ ਨੇ ਕਿ ਪ੍ਰੈਜ਼ੀਡੈਂਸੀ ਵਾਸਤੇ ਮੈਂਟਲੀ ਅਲਰਟ ਨਹੀਂ, ਫਿਜ਼ੀਕਲੀ ਫਿਟ ਨਹੀਂ, ਹੀ ਇਜ਼ ਨਾਟ ਕੈਪੇਬਲ ਟੂ ਰਨ ਦ ਕੰਟਰੀ। ਵਾਈਟ ਹਾਊਸ ਦੀਆਂ ਰਿਸਪੌਂਸਿਬਿਲਿਟੀਜ਼ ਨਿਭਾਉਣ ਦੇ ਕਾਬਿਲ ਨਹੀਂ ਹੈਗੇ, ਰਿਸਪੌਂਸਿਬਿਲਿਟੀਜ਼ ਚੁੱਕਣ ਦੇ ਕਾਬਿਲ ਨਹੀਂ ਹੈਗੇ। ਕਮਲਾ ਹੈਰਿਸ ਇਸ ਚੀਜ਼ ਦੇ ਉੱਤੇ ਜ਼ੋਰ ਦੇ ਰਹੇ ਨੇ। ਬਾਕਸਿੰਗ ਮੈਚ ਹੈ ਜੀ, ਜਿਹੜਾ ਤੁਹਾਡਾ ਵਿਰੋਧੀ ਖਿਲਾੜੀ ਹੋਵੇ ਉਹਦਾ ਜਿਹੜਾ ਵੀਕ ਪੁਆਇੰਟ ਹੈ ਉਹਦੇ ਉੱਤੇ ਬਾਰ-ਬਾਰ ਹਿੱਟ ਮਾਰੋ, ਪੰਚ ਮਾਰੋ, ਨੌਕਆਊਟ ਹੋ ਜਾਏਗਾ। ਜਦੋਂ ਤੱਕ ਉਹ ਬਰਦਾਸ਼ਤ ਕਰ ਸਕਦਾ, ਉਸ ਤੋਂ ਬਾਅਦ ਗਿਆ। ਇੱਥੇ ਵੀ ਉਹੀ ਚੀਜ਼ ਹੈ, ਉਹੀ ਸਟ੍ਰੈਟਜੀ ਹੈ, ਬਾਰ-ਬਾਰ ਪੰਚ ਮਾਰੋ। ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬਿਠਾ ਦਿਓ ਤੇ ਲੋਕਾਂ ਨੇ ਆਪੇ ਨੌਕਆਊਟ ਕਰ ਦੇਣਾ ਜਦੋਂ ਉਹਦੇ ਹੱਕ ਦੇ ਵਿੱਚ ਵੋਟਾਂ ਨਹੀਂ ਪੈਣੀਆਂ। ਹੁਣ ਪਬਲਿਕ ਇਸ ਗੱਲ ਨੂੰ ਸਮਝਦੀ ਆ ਜਾਂ ਨਹੀਂ ਸਮਝਦੀ, ਇਹ ਤਾਂ ਪਬਲਿਕ ਨੂੰ ਪਤਾ ਹੈ। ਔਰ ਦੂਜੀ ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ, ਡੋਨਲਡ ਟਰੰਪ ਕੁਝ ਲੁਕੋ ਰਹੇ ਨੇ, ਕੁਝ ਮੈਡੀਕਲ ਰਿਪੋਰਟਸ ਸਾਹਮਣੇ ਨਹੀਂ ਲੈ ਕੇ ਆ ਰਹੇ। ਕਮਲਾ ਹੈਰਿਸ ਜਦੋਂ ਲੈ ਕੇ ਆ ਰਹੇ ਨੇ, ਤੁਸੀਂ ਕਿਉਂ ਨਹੀਂ ਲੈ ਕੇ ਆ ਰਹੇ? ਜਦੋਂ ਇੱਕ ਖੁੱਲ੍ਹਾ ਤੁਹਾਨੂੰ ਚੈਲੰਜ ਦਿੱਤਾ ਜਾ ਰਿਹਾ, ਵਾਈ ਨਾਟ? ਸੈਕਿੰਡ ਡਿਬੇਟ ਦਾ ਚੈਲੰਜ ਦਿੱਤਾ, ਉਹ ਵੀ ਤੁਸੀਂ ਦਰਕਿਨਾਰ ਕਰ ਦਿੱਤਾ, ਛੱਡ ਦਿੱਤਾ। ਨੋ, ਮੈਂ ਨਹੀਂ ਸੈਕਿੰਡ ਡਿਬੇਟ ਕਰਨੀ। ਉਹ ਵੀ ਤੁਹਾਡਾ ਇੱਕ ਨੈਗੇਟਿਵ ਇੰਪੈਕਟ ਗਿਆ ਹੈ ਲੋਕਾਂ ਦੇ ਵਿੱਚ ਵੀ ਕਿਉਂ ਬਾਈ, ਪਹਿਲੇ ਡਿਬੇਟ 'ਚ ਤੁਸੀਂ ਹਾਰ ਗਏ ਹੋ, ਇਸ ਕਰਕੇ ਸੈਕਿੰਡ ਟਾਈਮ ਹਾਰ ਬਰਦਾਸ਼ਤ ਨਹੀਂ ਕਰ ਸਕਦੇ। ਜਾਂ ਤੁਸੀਂ ਜੇ ਆਪਣੇ ਆਪ ਨੂੰ ਵਿਨਰ ਕਹਿੰਦੇ ਹੋ ਤਾਂ ਫਿਰ ਸੈਕਿੰਡ ਡਿਬੇਟ ਵਿੱਚ ਕੀ ਤੁਹਾਨੂੰ ਮੁਸ਼ਕਿਲ ਹੈ? ਕਰੋ, ਕਿਉਂਕਿ ਜਿੰਨਾ ਤੁਸੀਂ ਡਿਬੇਟ ਕਰੋਗੇ, ਜਿੰਨੇ ਤੁਸੀਂ ਕੁਐਸਚਨਸ ਦੇ ਆਨਸਰਸ ਦੋਗੇ, ਤੁਸੀਂ ਆਪਣੀ ਕਲੀਅਰ ਕਰ ਦਿੰਦੇ ਹੋ, ਆਪਣਾ ਵਿਜ਼ਨ ਕਲੀਅਰ ਕਰਦੇ ਹੋ ਪਬਲਿਕ ਨੂੰ, ਔਰ ਉਸੇ ਨੇ ਹੀ ਤੁਹਾਡੀ ਝੋਲੀ 'ਚ ਵੋਟਾਂ ਪਾਉਣੀਆਂ ਨੇ। ਜਿੰਨਾ ਪਬਲਿਕ ਨੂੰ ਤੁਹਾਡੇ ਬਾਰੇ ਪਤਾ ਹੋਏਗਾ, ਉਨੀ ਉਹ ਤੁਹਾਡੇ ਹੱਕ 'ਚ ਆਏਗੀ। ਜੇ ਤੁਸੀਂ ਇੱਕ ਸਸਪੈਂਸ ਹੈਗੇ, ਲੋਕਾਂ ਨੂੰ ਸਮਝ ਨਹੀਂ ਆ ਰਹੇ ਤੁਸੀਂ ਕਿੱਦਾਂ ਦੇ ਇਨਸਾਨ ਹੋ, ਫਿਰ ਉਹ ਕਿੱਦਾਂ ਤੁਹਾਡੇ ਹੱਕ ਦੇ ਵਿੱਚ ਆਪਣੀਆਂ ਵੋਟਾਂ ਭੁਗਤਾਉਣਗੇ? ਦੈਟ ਇਜ਼ ਦਾ ਮੇਨ ਪੁਆਇੰਟ। ਸੋ ਡੋਨਲਡ ਟਰੰਪ ਨੇ ਸੈਕਿੰਡ ਡਿਬੇਟ ਵੀ ਮਨਾ ਕਰ ਦਿੱਤੀ, ਹੁਣ ਮੈਡੀਕਲ ਰਿਪੋਰਟ ਆ ਉਹ ਵੀ ਮਨਾ ਕਰਦੇ ਪਏ ਨੇ, ਪਰ ਉਹਨਾਂ ਦੇ ਕੈਂਪ ਵਾਲੇ ਜਵਾਬ ਦਿੰਦੇ ਪਏ ਨੇ। ਔਰ ਡੋਨਲਡ ਟਰੰਪ ਵੀ ਜਰਨਲਿਸਟ ਨੂੰ ਇਹ ਜਵਾਬ ਦਿੰਦੇ ਨੇ, 에ਅਰਪੋਰਟ 'ਤੇ ਵੀ ਮਿਲੇ ਜਰਨਲਿਸਟ, ਉੱਥੇ ਵੀ ਡੋਨਲਡ ਟਰੰਪ ਇਹੀ ਕਹਿੰਦੇ ਨੇ ਕਿ ਮੈਂ ਸਾਰੇ ਟੈਸਟ ਕਲੀਅਰ ਕਰਦਾ, ਇਸ ਕੁਐਸਚਨ ਦਾ ਕੋਈ ਮਤਲਬ ਹੀ ਨਹੀਂ ਬਣਦਾ। ਇਹ ਤਾਂ ਖਾਮ ਕਰਕੇ ਮੇਰੀ ਇਮੇਜ ਨੂੰ ਡਾਊਨ ਕਰਨ ਵਾਸਤੇ ਇੱਕ ਫਿਜ਼ੂਲ ਦੀ ਗੱਲ ਆ। ਨਾਓ ਹੁਣ ਡੋਨਲਡ ਟਰੰਪ ਜੇ ਬਣ ਜਾਂਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ, ਤਾਂ ਅਮਰੀਕਾ ਦੀ ਹਿਸਟਰੀ ਦੇ ਵਿੱਚ ਇੰਨੀ ਉਮਰ ਦਾ ਪ੍ਰੈਜ਼ੀਡੈਂਟ ਕਦੀ ਵੀ ਕੋਈ ਨਹੀਂ ਬਣਿਆ ਜਿੰਨੀ ਉਮਰ ਡੋਨਲਡ ਟਰੰਪ ਦੀ ਆ। ਜੋ ਬਾਈਡਨ ਤੋਂ 3 ਸਾਲ ਛੋਟੇ ਨੇ, ਪਰ ਜੋ ਬਾਈਡਨ ਜਿਸ ਉਮਰ ਦੇ ਵਿੱਚ ਪ੍ਰੈਜ਼ੀਡੈਂਟ ਆਫ ਅਮਰੀਕਾ ਬਣੇ, ਉਹ ਡੋਨਲਡ ਟਰੰਪ ਦੀ ਮੌਜੂਦਾ ਉਮਰ ਤੋਂ ਘੱਟ ਸੀ। ਜੋ 78 ਦੇ ਨੇ ਇਸ ਵਕਤ ਡੋਨਲਡ ਟਰੰਪ, ਤੇ ਜੋ ਬਾਈਡਨ 78 ਦੇ ਨਹੀਂ ਸੀਗੇ, ਉਸ ਤੋਂ ਘੱਟ ਸੀਗੇ। ਸੋ ਫਿਰ ਹਿਸਟਰੀ ਕ੍ਰੀਏਟ ਕਰਨ ਡੋਨਲਡ ਟਰੰਪ ਜਾਣਗੇ ਜੇ ਇਹ ਸੈਕਿੰਡ ਟਾਈਮ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਦੇ ਨੇ। ਸੋ ਜੇ ਉਮਰ ਦੀ ਗੱਲ ਹੁੰਦੀ ਹੈ ਤਾਂ ਫਿਰ ਉਮਰ ਦੀ ਗੱਲ ਜੋ ਬਾਈਡਨ ਉੱਤੇ ਵੀ ਲਾਗੂ ਹੁੰਦੀ ਆ। ਇੱਕ ਸਿੰਪਲ ਗੱਲ ਤਾਂ ਹਰ ਬੰਦਾ, ਕਿਉਂਕਿ ਕਨਸਟੀਟਿਊਸ਼ਨ ਦੇ ਮੁਤਾਬਿਕ ਸਭ ਬਰਾਬਰ ਨੇ, ਜੋ ਤੁਹਾਡੇ ਤੇ ਲਾਗੂ ਹੁੰਦੀ ਉਹ ਮੇਰੇ ਤੇ ਲਾਗੂ ਹੁੰਦੀ, ਜੋ ਮੇਰੇ ਤੇ ਲਾਗੂ ਹੁੰਦੀ ਤੁਹਾਡੇ ਤੇ ਲਾਗੂ ਹੁੰਦੀ ਹੈ। ਇੱਕੋ ਹੀ ਕਿਸ਼ਤੀ ਦੇ ਸਵਾਰ ਹਾਂ, ਵੀ ਆਰ ਸੇਲਿੰਗ ਇਨ ਦੀ ਸੇਮ ਬੋਟ। ਇਸ ਕਰਕੇ ਤੁਸੀਂ ਮਨਾ ਨਹੀਂ ਕਰ ਸਕਦੇ, ਤੁਹਾਨੂੰ ਆਪਣੀ ਮੈਡੀਕਲ ਫਿਟਨੈਸ ਰਿਪੋਰਟ ਦੇਣੀ ਚਾਹੀਦੀ ਹੈ, ਕਿਉਂਕਿ ਓਪੋਨੈਂਟਸ ਡਿਮਾਂਡ ਕਰ ਰਹੇ ਨੇ, ਪਬਲਿਕ ਡਿਮਾਂਡ ਕਰ ਰਹੀ ਹੈ। ਤੁਹਾਨੂੰ ਇਹ ਕਹਿਣ ਵਾਲਿਆਂ ਦਾ, ਬੋਲਣ ਵਾਲਿਆਂ ਦਾ, ਜੋ ਤੁਹਾਡੇ ਖਿਲਾਫ ਬੋਲਦੇ ਨੇ, ਕਹਿੰਦੇ ਨੇ, ਮੂੰਹ ਬੰਦ ਕਰ ਦੇਣਾ ਚਾਹੀਦਾ। ਆ ਲਓ ਬਈ ਮੈਡੀਕਲ ਰਿਪੋਰਟ, ਕਰ ਲਓ ਜੋ ਕਰਨਾ ਇਹਦਾ, ਸਿੰਪਲ। ਫਿਰ ਕਿਉਂ ਛੁਪਾ ਰਹੇ ਹੋ? ਨੈਚੁਰਲੀ ਡਾਊਟ ਕ੍ਰੀਏਟ ਹੁੰਦਾ। ਔਰ ਇਸੇ ਚੀਜ਼ ਦਾ ਫਾਇਦਾ ਚੁੱਕਦੇ ਪਏ ਨੇ ਕਮਲਾ ਹੈਰਿਸ, ਲੋਕਾਂ ਨੂੰ ਕਨਵਿੰਸ ਕਰਦੇ ਪਏ ਨੇ ਕਿ ਡੋਨਲਡ ਟਰੰਪ ਫਿਜ਼ੀਕਲੀ ਤੇ ਮੈਂਟਲੀ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਦੇ ਲਾਇਕ ਨਹੀਂ ਹੈਗੇ, ਉਹ ਫਿਟ ਨਹੀਂ ਹੈਗੇ। ਲਾਇਕ ਦਾ ਮਤਲਬ ਫਿਟਨੈਸ ਨਹੀਂ ਹੈ ਉਹਨਾਂ ਵਿੱਚ ਜੋ ਚਾਹੀਦੀ। ਇੰਨਾ ਬਰਡਨ, ਇੰਨਾ ਕੰਮ, ਭੱਜ ਦੌੜ, ਸਾਰਾ ਦਿਨ ਬਿਜ਼ੀ ਰਹਿਣਾ,
तमाम गल्लां ने। सो ये दोवें चीज़ां नाल चलदियां पईयां ने और इत्थे डोनाल्ड ट्रंप फाइट लड़दे पे ने, पॉलिटिकल फाइट ते नाल जिहड़ी कोर्ट दे विच लीगल फाइट चलदी पई आ वो ते चलदी हो पई है। मतलब दो लड़ाइयां लड़दे पे ने, इलैक्शन जितन की लड़ाई ते केस जितन की लड़ाई। सो सर्वाइवल एंड फ्रीडम बॉटम लाइन, मैं आज़ाद भी रवां ते मैं बचिया भी रवां, मैं जितना भी प्रेजिडेंट ऑफ अमेरिका भी बना, तमाम गल्लां। सो कहते हैं कि जे मैं ना बनया इस बार तो अगली बार मैं इलैक्शंस नहीं लड़ांगा। और जो जज इस केस ਨੂੰ हैंडल कर रहा है, जो इलैक्शंस ਦੇ ਨਾਲ जुड़िया होया है, जनवरी 6 की गल कर रहे हैं, लास्ट ईयर 2020, सो लास्ट इलैक्शन ईयर 2020 जनवरी 6 जो रिजल्ट्स आए सी ਉਹਦਾ ਨਤੀਜਾ 26 ਨਵੰਬਰ ਨੂੰ ਕੋਰਟ ਵਿੱਚ ਨਿਕਲਣਾ ਹੈ। ਪੇਪਰ ਦਿੱਤੇ ਹੋਏ ਨੇ ਨਾ, ਐਗਜ਼ਾਮ ਦਿੱਤੇ ਹੋਏ ਨੇ, ਉਹਦਾ ਨਤੀਜਾ ਆਉਣਾ ਹੈ ਔਰ ਉਸ ਨੂੰ ਫੇਸ ਕਰਨਾ ਡੋਨਲਡ ਟਰੰਪ ਨੇ ਇਲੈਕਸ਼ਨਸ ਤੋਂ ਬਾਅਦ। ਲੈਟ ਅਸ ਸੀ ਕੀ ਬਣਦਾ ਹੈ। ਔਰ ਜਿਸ ਜੱਜ ਨੇ ਫੈਸਲਾ ਦੇਣਾ, ਜੋ ਕੇਸ ਦੀ ਸੁਣਵਾਈ ਕਰ ਰਹੇ ਨੇ, ਉਹਨਾਂ ਦੇ ਬਾਰੇ ਕੋਈ ਚੰਗੇ ਵਿਚਾਰ, ਕੋਈ ਸ਼ੁਭ ਵਿਚਾਰ ਡੋਨਲਡ ਟਰੰਪ ਨਹੀਂ ਰੱਖਦੇ। ਔਰ ਹੁਣ ਇੱਥੇ ਜੁਡੀਸ਼ਰੀ ਹੈ, ਸੁਪਰੀਮ ਕੋਰਟ ਹੈ, ਉਹਦਾ ਆਦਰ ਸਤਿਕਾਰ ਕਰਨਾ ਬਣਦਾ ਹੈ ਜਾਂ ਨਹੀਂ ਬਣਦਾ, ਇਹ ਤਾਂ ਤੁਸੀਂ ਵੀ ਸਾਰੇ ਸਮਝਦੇ ਹੋ। ਪਰ ਡੋਨਲਡ ਟਰੰਪ ਓਪਨਲੀ ਉਹਨਾਂ ਜੱਜਿਸ ਬਾਰੇ ਸ਼ੁਭ ਵਿਚਾਰ ਨਹੀਂ ਰੱਖਦੇ। ਔਰ ਇਸੇ ਚੀਜ਼ ਨੂੰ ਕਮਲਾ ਹੈਰਿਸ ਅਨਾਉਂਸ ਕਰਦੇ ਨੇ ਜਦੋਂ ਡੋਨਲਡ ਟਰੰਪ ਕਹਿੰਦੇ ਨੇ ਐਨਮੀ ਵਿਦਿਨ, ਦੇਸ਼ ਦੇ ਅੰਦਰ ਹੀ ਦੇਸ਼ ਦੇ ਦੁਸ਼ਮਣ ਨੇ। ਉਹਨੂੰ ਕੌਣ ਨੇ ਉਹਦੇ ਬਾਰੇ ਕੁਝ ਕਲੈਰਿਟੀ ਨਹੀਂ ਹੈ, ਬਸ ਹੈਗੇ ਨੇ। ਔਰ ਉਹਨਾਂ ਦੇ ਉੱਤੇ ਆਰਮੀ ਦੀ ਤਾਕਤ ਦਾ ਇਸਤੇਮਾਲ ਹੋਣਾ ਚਾਹੀਦਾ, ਇਲੈਕਸ਼ਨ ਦਿਨਾਂ ਦੇ ਵਿੱਚ ਵੀ ਹੋਣਾ ਚਾਹੀਦਾ ਔਰ ਵੈਸੇ ਵੀ ਜਿਵੇਂ ਪ੍ਰੈਜ਼ੀਡੈਂਟ ਆਫ ਅਮਰੀਕਾ ਸੈਕਿੰਡ ਟਾਈਮ ਬਣ ਜਾਣਾ, ਉਹਨਾਂ ਦੇ ਉੱਤੇ ਤੇ ਖਾਸ ਕਰਕੇ ਹੋਣਾ ਚਾਹੀਦਾ। ਇਮੀਗ੍ਰੈਂਟਸ ਦੇ ਨਾਲ ਨਾਲ ਉਹਨਾਂ ਦੇ ਉੱਤੇ ਵੀ ਹੋਣਾ ਚਾਹੀਦਾ। ਔਰ ਕਮਲਾ ਹੈਰਿਸ ਕਹਿੰਦੇ ਨੇ ਕਿ ਇਹ ਐਨਮੀ ਵਿਦਿਨ ਕੌਣ ਨੇ, ਇਹ ਦੇਸ਼ ਦੇ ਅੰਦਰ ਬੈਠੇ ਦੇਸ਼ ਦੇ ਦੁਸ਼ਮਣ ਕੌਣ ਨੇ, ਜੋ ਡੋਨਲਡ ਟਰੰਪ ਦੀ ਗੱਲ ਨਹੀਂ ਮੰਨਦੇ, ਉਹਨਾਂ ਨੂੰ ਸਵਾਲ ਪੁੱਛਦੇ ਨੇ, ਉਹਨਾਂ ਦੇ ਖਿਲਾਫ ਖੜੇ ਹੋ ਜਾਂਦੇ ਨੇ। ਇਸ ਕਰਕੇ ਉਹ ਐਨਮੀ ਹੋ ਗਏ, ਉਹ ਦੁਸ਼ਮਣ ਹੋ ਗਏ। ਮਤਲਬ ਜਾਂ ਤਾਂ ਡੋਨਲਡ ਟਰੰਪ ਦੇ ਸਾਹਮਣੇ ਝੁਕਣ ਜਾਂ ਫਿਰ ਦੁਸ਼ਮਣ ਦੀ ਲਿਸਟ ਦੇ ਵਿੱਚ ਆਪਣਾ ਨਾਂ ਲਿਖਾ ਲੈਣ। ਇਹ ਕਮਲਾ ਹੈਰਿਸ ਇਸ ਤਰ੍ਹਾਂ ਇਸ ਚੀਜ਼ ਨੂੰ ਲੋਕਾਂ ਦੇ ਸਾਹਮਣੇ ਰੱਖ ਰਹੇ ਨੇ। ਔਰ ਅਸੀਂ ਸਾਰੇ ਜਾਣਦੇ ਹਾਂ ਜੋ ਇਲੈਕਟੋਰਲ ਵੋਟਸ ਨੇ, 538 ਸੀਟਸ ਨੇ, ਉਹਦੇ ਵਿੱਚੋਂ 270 ਚਾਹੀਦੀਆਂ ਨੇ ਗਵਰਨਮੈਂਟ ਬਣਾਉਣ ਵਾਸਤੇ, ਆਪਣੀ ਸਰਕਾਰ ਕਾਇਮ ਕਰਨ ਵਾਸਤੇ। ਔਰ ਉਹਦੇ ਵਾਸਤੇ ਹੀ ਜਦੋਜਹਿਦ ਹੋ ਰਹੀ ਆ, ਇੱਕ ਦੂਜੇ ਦੀਆਂ ਕਮਜ਼ੋਰੀਆਂ ਨੂੰ ਪਬਲਿਕ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਡੋਨਲਡ ਟਰੰਪ ਦੀ ਐਨਮੀ ਵਿਦਿਨ ਦੀ ਪਰਿਭਾਸ਼ਾ ਜੋ ਹੈ ਉਹ ਆਪ ਤਾਂ ਨਹੀਂ ਦੇ ਰਹੇ, ਪਰ ਕਮਲਾ ਹੈਰਿਸ ਦੇ ਰਹੇ ਨੇ ਕਿ ਜੋ ਡੋਨਲਡ ਟਰੰਪ ਨੂੰ ਪਸੰਦ ਨਹੀਂ ਬੰਦਾ ਉਹ ਦੁਸ਼ਮਣ ਹੈ ਔਰ ਉਹਦੇ ਉੱਤੇ ਇਨਕੁਆਇਰੀ ਹੋਣੀ ਚਾਹੀਦੀ ਹੈ। ਔਰ ਡੋਨਲਡ ਟਰੰਪ ਦੇ ਮੁਤਾਬਿਕ, ਕਾਨੂੰਨ ਦੇ ਮੁਤਾਬਿਕ ਨਹੀਂ, ਡੋਨਲਡ ਟਰੰਪ ਦੇ ਮੁਤਾਬਿਕ ਇਨਕੁਆਇਰੀ ਹੋਣੀ ਚਾਹੀਦੀ ਹੈ। ਔਰ ਟਰੰਪ ਕਹਿੰਦੇ ਨੇ ਕਿ ਜਦੋਂ ਮੈਂ ਸੈਕਿੰਡ ਟਾਈਮ ਬਣਾਂਗਾ ਪ੍ਰੈਜ਼ੀਡੈਂਟ ਆਫ ਅਮਰੀਕਾ ਤਾਂ ਮੈਂ ਜਸਟਿਸ ਡਿਪਾਰਟਮੈਂਟ ਨੂੰ ਕਿੱਦਾਂ ਤਿਆਰ ਕਰਾਂਗਾ, ਆਪਣੇ ਪੋਲੀਟੀਕਲ ਓਪੋਨੈਂਟਸ, ਆਪਣੇ ਪੋਲੀਟੀਕਲ ਵਿਰੋਧੀਆਂ ਨੂੰ ਮੈਂ ਕਿੱਦਾਂ ਕਾਨੂੰਨਨ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗਾ, ਉਹਨਾਂ ਦੇ ਉੱਤੇ ਇਨਕੁਆਇਰੀਆਂ ਚਲਾਉਣ ਦੀ ਕੋਸ਼ਿਸ਼ ਕਰਾਂਗਾ, ਉਹਨਾਂ ਨੂੰ ਪ੍ਰੋਸੀਕਿਊਟ ਕਿੱਦਾਂ ਕਰਾਂਗਾ। ਔਰ ਐਨਮੀ ਵਿਦਿਨ ਇਹ ਜਿਹੜੀ ਇਨਫੋਰਮੇਸ਼ਨ ਹੈ ਨਾ, ਇਹ ਅਮਰੀਕਾ ਦੇ ਅੰਦਰ ਹੀ ਇੱਕ ਮਤਲਬ ਅਟੈਕ ਹੈ। ਇਹ ਇੱਕ ਡਿਸਆਰਡਰ, ਇੱਕ ਕਨਫਿਊਜ਼ਨ ਪੈਦਾ ਕਰਨ ਦੀ ਇੱਕ ਅਟੈਂਪਟ ਹੋ ਸਕਦੀ ਹੈ, ਕੋਸ਼ਿਸ਼ ਹੋ ਸਕਦੀ ਹੈ ਕਿ ਲੋਕੀ ਭੰਬਲ ਭੂਸੇ 'ਚ ਆ ਜਾਣ। ਕਿਉਂਕਿ ਜਿੰਨਾ ਤੁਸੀਂ ਕਨਫਿਊਜ਼ ਕਰਦੇ ਹੋ ਨਾ ਵੋਟਰਸ ਨੂੰ ਔਰ ਉਸ ਤੋਂ ਬਾਅਦ ਇੱਕ ਸਡਨਲੀ ਕਲੈਰਿਟੀ ਦਿੰਦੇ ਹੋ ਤਾਂ ਉਹਦੇ ਨਾਲ ਤੁਹਾਡਾ ਵੋਟ ਬੈਂਕ ਤਗੜਾ ਹੁੰਦਾ। ਇਹ ਵੀ ਇੱਕ ਸਟ੍ਰੈਟਜੀ ਹੈਗੀ ਆ ਵੋਟਰਸ ਨੂੰ ਕਨਫਿਊਜ਼ ਕਰਨ ਦੀ। ਸੋਚੀ ਜਾਓ ਅੰਦਰ ਕੌਣ ਬੈਠੇ ਨੇ ਦੁਸ਼ਮਣ। ਸੋ ਇਹ ਜੋ ਅੰਦਰ ਦੇ ਦੁਸ਼ਮਣਾਂ ਦੀ ਬਾਰ-ਬਾਰ ਗੱਲ ਉਛਾਲੀ ਜਾਂਦੀ ਆ ਇਲੈਕਸ਼ਨ ਕੈਂਪੇਨਸ ਦੇ ਵਿੱਚ, ਇਹ ਕਿਤੇ ਨਾ ਕਿਤੇ ਜੋ ਦੇਸ਼ ਦਾ ਅੰਦਰ ਦਾ ਫੈਬਰਿਕ ਹੈ ਸੋਸਾਇਟੀ ਦਾ, ਉਹਨੂੰ ਸੈਪੋਟਾਜ ਕਰਨ ਦੀ ਕੋਸ਼ਿਸ਼ ਆ, ਉਹਨੂੰ ਤੋੜਨ ਭੰਨਣ ਦੀ ਕੋਸ਼ਿਸ਼। ਸੋਸਾਇਟੀ ਬਣਨਾ ਬਹੁਤ ਮੁਸ਼ਕਲ ਹੁੰਦਾ ਔਰ ਅਮਰੀਕਨ ਸੋਸਾਇਟੀ ਬਾਰੇ ਪੂਰੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਆ ਕਿ ਦੁਨੀਆ ਦੀਆਂ ਜਿਹੜੀਆਂ ਬਿਹਤਰੀਨ ਸਮਾਜ ਦੀਆਂ ਰਚਨਾਵਾਂ ਨੇ ਉਹਨਾਂ ਵਿੱਚੋਂ ਇੱਕ ਅਮਰੀਕਾ ਦੀ ਵੀ ਸਮਾਜ ਦੀ ਰਚਨਾ ਹੈ। ਉਹਦੇ ਬਾਰੇ ਸਟੱਡੀਜ਼ ਹੁੰਦੀਆਂ ਨੇ ਔਰ ਤੁਸੀਂ ਉਸ ਫੈਬਰਿਕ ਨੂੰ ਤੋੜਨਾ ਚਾਹੁੰਦੇ ਹੋ।
ਆਪਸ ਦੇ ਵਿੱਚ ਦੁਸ਼ਮਣੀ, ਆਪਸ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਨਫ਼ਰਤ, ਕਿਤੇ ਰੇਸਿਜ਼ਮ ਨੂੰ ਲੈ ਕੇ ਤੇ ਕਿਤੇ ਅੰਦਰ ਬੈਠੇ ਦੁਸ਼ਮਣ ਕੌਣ ਕਿਹਨੂੰ ਦੁਸ਼ਮਣ ਸਮਝੇ, ਮੈਂ ਤੁਹਾਨੂੰ ਦੁਸ਼ਮਣ ਸਮਝਾਂ, ਤੁਸੀਂ ਮੈਨੂੰ ਦੁਸ਼ਮਣ ਸਮਝੋ, ਆਪਸ ਹੀ ਲੜ ਬੈਠੀਏ। ਜੇ ਇਹਨਾਂ ਦੇ ਮਗਰ ਲੱਗੇ ਤਾਂ ਆਪਸ ਹੀ ਲੜ ਬੈਠੀਏ। ਮੈਨੂੰ ਕੀ ਪਤਾ ਤੁਸੀਂ ਕਿਹਦੇ ਵਾਸਤੇ ਕੰਮ ਕਰਦੇ ਪਏ ਹੋ, ਤੁਹਾਨੂੰ ਕੀ ਪਤਾ ਮੈਂ ਕਿਹਦੇ ਵਾਸਤੇ ਕੰਮ ਕਰਦਾ ਪਿਆ। ਇੱਕ ਦੂਜੇ ਦੇ ਉੱਤੇ ਸ਼ੱਕ ਕਰੀ ਜਾਈਏ, ਜਿਹੜੀ ਬਣੀ ਬਣਾਈ ਖਤਮ ਕਰ ਦਈਏ। ਇਹ ਹੈ ਸੋਸ਼ਲ ਫੈਬਰਿਕ ਟੁੱਟ ਜਾਣਾ। ਸੋ ਇਹ ਚੀਜ਼ਾਂ, ਜਿਹੜੀ ਡਿਸਇਨਫੋਰਮੇਸ਼ਨ ਹੈ ਨਾ, ਗਲਤ ਤਰ੍ਹਾਂ ਦੀ ਜਾਣਕਾਰੀ, ਇਹ ਸੁਸਾਇਟੀ ਦੇ ਫੈਬਰਿਕ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਇਸ ਦੇ ਉੱਤੇ ਕੰਮ ਕਰਨਾ ਸਾਰੇ ਅਮਰੀਕਨਸ ਦਾ ਫਰਜ਼ ਬਣਦਾ ਹੈ ਕਿ ਪੋਲੀਟੀਸ਼ੀਅਨਸ ਕੁਝ ਵੀ ਕਹਿਣ, ਅਸੀਂ ਆਪਸ 'ਚ ਮਿਲ ਕੇ ਰਹਿਣਾ। ਬਹੁਤ ਚੈਲੰਜ ਵਾਲੇ ਪੁਆਇੰਟਸ ਹੁੰਦੇ ਨੇ। ਜਿੰਨੀ ਜ਼ਹਿਰ ਲੋਕਾਂ ਦੇ ਵਿੱਚ ਫੈਲਾਈ ਜਾਂਦੀ ਹੈ ਆਪਣੀ ਭਾਸ਼ਾ ਦੁਆਰਾ, ਆਪਣੇ ਵਿਚਾਰਾਂ ਦੁਆਰਾ, ਉਸ ਜ਼ਹਿਰ ਦਾ ਜਵਾਬ ਕੀ ਹੈ? ਉਸ ਨੂੰ ਆਪਣੇ ਅੰਦਰ ਨਹੀਂ ਉਤਰਨ ਦੇਣਾ, ਉਸ ਜ਼ਹਿਰ ਨੂੰ ਆਪਣੇ ਤੋਂ ਬਾਹਰ ਹੀ ਰੱਖਣਾ ਹੈ ਔਰ ਉਹਨੂੰ ਪੂਰੀ ਤਰ੍ਹਾਂ ਫਿਲਟਰ ਕਰਨਾ ਹੈ। ਔਰ ਆਪ ਪਿਆਰ ਮੁਹੱਬਤ ਨਾਲ, ਅਕੀਦੇ ਨਾਲ, ਇੱਕ ਦੂਜੇ ਨਾਲ ਮੇਲ ਮਿਲਾਪ ਨਾਲ ਰਹਿਣਾ, ਤਾਂ ਹੀ ਸੁਸਾਇਟੀ ਦਾ ਫੈਬਰਿਕ ਬਣ ਸਕਦਾ। ਕਿਉਂਕਿ ਪੋਲੀਟੀਸ਼ੀਅਨ ਦਾ ਕੀ ਹੈ, ਉਹ ਤੇ ਆਪਣੀਆਂ ਇਲੈਕਸ਼ਨਸ ਦੇ ਵਿੱਚ ਵੋਟਾਂ ਜਿੱਤਣ ਤੋਂ ਬਾਅਦ ਤੁਰ ਜਾਊਗਾ, ਆਪਣੀ ਕੁਰਸੀ ਸਾਂਭ ਲਊਗਾ, ਤੇ ਜਿਹਨੇ ਉਹਨੂੰ ਸਪੋਰਟ ਕੀਤਾ, ਸਪਾਂਸਰ ਕੀਤਾ, ਉਹਨਾਂ ਨੂੰ ਫਾਇਦਾ ਦੇਣਾ ਸ਼ੁਰੂ ਕਰ ਦੇਗਾ ਔਰ ਬਾਕੀਆਂ ਵਾਸਤੇ ਪਾਲਿਸੀਜ਼ ਬਣਨੀਆਂ ਸ਼ੁਰੂ ਹੋ ਜਾਣਗੀਆਂ। ਔਰ ਪਾਲਿਸੀਆਂ ਇੱਦਾਂ ਬਣਨਗੀਆਂ ਕਿ ਜਿਹੜੀਆਂ ਉਹਦੇ ਫਰੈਂਡਸ ਨੂੰ ਸੂਟ ਕਰਨ, ਪਬਲਿਕ ਨੂੰ ਦੇਖੀ ਜਾਏਗੀ, ਅਗਲੀਆਂ ਇਲੈਕਸ਼ਨਸ ਦੇ ਵਿੱਚ ਫਿਰ ਦੇਖੀ ਜਾਏਗੀ। ਸੋ ਇਹ ਸਭ ਚੀਜ਼ਾਂ ਠੀਕ ਹੈ, ਕੌਨਸਟੀਟਿਊਸ਼ਨ ਦੇ ਮੁਤਾਬਿਕ ਰਿਸਪੌਂਸਿਬਿਲਿਟੀਜ਼ ਬਣਦੀਆਂ ਨੇ ਔਰ ਬਣਨੀਆਂ ਚਾਹੀਦੀਆਂ ਵੀ ਨੇ, ਪਰ ਫਿਰ ਵੀ ਇਹ ਚਲਾਕ ਦਿਮਾਗ ਟਵਿਸਟ ਐਂਡ ਟਰਨਸ ਕਰਕੇ ਲਾਅ ਦੇ ਵਿੱਚ ਕੋਈ ਨਾ ਕੋਈ ਰਾਹ ਕੱਢ ਲੈਂਦੇ ਨੇ ਆਪਣੇ ਪਰਸਨਲ ਫਾਇਦੇ ਵਾਸਤੇ। ਅਸੀਂ ਸਾਰੇ ਜਾਣਦੇ, ਪੂਰੀ ਦੁਨੀਆ ਦੇ ਵਿੱਚ ਇਹ ਗੇਮਸ ਚੱਲਦੀਆਂ ਨੇ ਪੋਲੀਟੀਕਲ ਫੀਲਡ ਦੀਆਂ, ਔਰ ਇਸ ਨੂੰ ਕਹਿੰਦੇ ਨੇ ਪੋਲੀਟੀਕਲ ਕੰਪਲਸ਼ਨਸ। ਵਾਓ, ਇੱਕ ਤਾਂ ਸ਼ਬਦ ਬੜੇ ਪਿਆਰੇ ਪਿਆਰੇ ਚੁਣੇ ਹੋਏ ਨੇ, ਪੋਲੀਟੀਕਲ ਕੰਪਲਸ਼ਨ, ਪੋਲੀਟੀਕਲ ਪ੍ਰੈਸ਼ਰ। ਡੋਂਟ ਨੋ, ਸਾਰਾ ਪ੍ਰੈਸ਼ਰ ਕੁੱਕਰ ਹੀ ਬਣਾ ਕੇ ਰੱਖਿਆ ਹੋਇਆ, ਇੰਨਾ ਪ੍ਰੈਸ਼ਰ। ਨਾਓ ਆਪਾਂ ਅੱਗੇ ਵਧੀਏ। ਸੋਸ਼ਲ ਮੀਡੀਆ ਦੇ ਉੱਤੇ ਡੋਨਲਡ ਟਰੰਪ ਕੀ ਲਿਖਦੇ ਨੇ ਕਿ ਵੈਨ ਆਈ ਵਿਨ ਦੋਜ਼ ਪੀਪਲ ਦੈਟ ਚੀਟਡ will be prosecuted to the fullest extent of the law, which will include long-term prison sentences, so that this depravity of justice does not happen again. मैं दोबारा ਬਣਿਆ ਪ੍ਰੈਜ਼ੀਡੈਂਟ ਆਫ ਅਮਰੀਕਾ, ਤਾਂ ਜਿਨ੍ਹਾਂ ਲੋਕਾਂ ਨੇ ਠੱਗੀ ਮਾਰੀ ਹੈ, ਜਿਨ੍ਹਾਂ ਲੋਕਾਂ ਨੇ ਧੋਖੇ ਦਿੱਤੇ ਨੇ, ਉਹਨਾਂ ਨੂੰ ਕਾਨੂੰਨਨ ਸਜ਼ਾਵਾਂ ਦਿੱਤੀਆਂ ਜਾਣਗੀਆਂ ਔਰ ਬੜੀਆਂ ਲੰਬੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ। ਔਰ ਇਸ ਤਰ੍ਹਾਂ ਦੇ ਸਿਸਟਮ ਅਪਣਾਏ ਜਾਣਗੇ, ਉਹ ਸਭ ਸੁਧਾਰ ਕੀਤੇ ਜਾਣਗੇ ਕਿ ਦੁਬਾਰਾ ਕੋਈ ਵੀ ਇਨਸਾਫ ਦੇ ਨਾਲ ਛੇੜਖਾਨੀ ਨਾ ਕਰ ਸਕੇ, ਇਨਸਾਫ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰ ਸਕੇ। ਮਤਲਬ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ। ਗੱਲ ਫਿਰ ਉੱਥੇ ਆ ਗਈ, 2020 ਦੀਆਂ ਇਲੈਕਸ਼ਨਸ ਦੇ ਵਿੱਚ ਮੇਰੇ ਨਾਲ ਬੇਇਨਸਾਫੀ ਹੋਈ, ਠੱਗੀ ਕਰਕੇ, ਧਾਂਦਲੀ ਕਰਕੇ ਮੈਨੂੰ ਹਰਾ ਦਿੱਤਾ ਗਿਆ, ਮੈਂ ਹਾਰਿਆ ਨਹੀਂ ਸੀ। ਔਰ ਇਹਦੇ ਵਿੱਚ ਡੈਮੋਕ੍ਰੇਟਸ ਦਾ ਵੀ ਵੱਡਾ ਹੱਥ ਹੈ, ਹੋਰ ਵੀ ਜਿਹੜੇ ਆਫੀਸ਼ੀਅਲਸ ਦਾ ਹੱਥ ਹੈ, ਜਿਨ੍ਹਾਂ ਨੇ ਠੱਗੀ ਮਾਰੀ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਮੈਂ ਸੈਕਿੰਡ ਟਾਈਮ ਬਣਦਾ ਪ੍ਰੈਜ਼ੀਡੈਂਟ ਆਫ ਅਮਰੀਕਾ, ਤਾਂ ਉਹਨਾਂ ਦੀਆਂ ਇਨਕੁਆਇਰੀਆਂ ਖੁੱਲ੍ਹਣਗੀਆਂ। ਉਹਦੀ ਇੱਕ ਲਿਸਟ ਹੈਗੀ ਹੈ, ਉਹ ਵੀ ਆਪਾਂ ਗੱਲ ਕਰਦੇ। ਸੋ ਇਸ ਠੱਗੀ ਤੋਂ ਬਾਅਦ, ਜਿੱਦਾਂ ਉਹ ਕਹਿ ਰਹੇ ਨੇ, ਲੋਕ ਸੜਕਾਂ 'ਤੇ ਆ ਗਏ। ਲੋਕ ਮੇਰੇ ਕਰਕੇ ਨਹੀਂ ਆਏ, ਲੋਕ ਇਲੈਕਸ਼ਨਸ ਦੇ ਵਿੱਚ ਜਿਹੜੀ ਠੱਗੀ ਹੋਈ ਹੈ, ਡੈਮੋਕ੍ਰੇਸੀ ਦੀ ਜਿਹੜੀ ਹੱਤਿਆ ਹੋਈ ਹੈ, ਆਵਾਜ਼ ਲੋਕਾਂ ਦੀ ਦਬਾਉਣ ਦੀ ਜਿਹੜੀ ਕੋਸ਼ਿਸ਼ ਹੋਈ ਹੈ, ਉਸ ਦੇ ਲਈ ਆਏ ਸੀ, ਉਸ ਨੂੰ ਸਪੋਰਟ ਕਰਨ ਆਏ ਸੀ। ਮੈਨੂੰ ਸਪੋਰਟ ਕਰਨ ਨਹੀਂ ਆਏ ਸੀ, ਡੈਮੋਕ੍ਰੇਸੀ ਨੂੰ ਸਪੋਰਟ ਕਰਨ ਆਏ ਸੀ। ਔਰ ਫਿਰ ਵੱਸੋਂ ਬਾਹਰ ਹੋ ਗਈ ਗੱਲ, ਵੱਸੋਂ ਬਾਹਰ ਹੋ ਗਈ ਤੇ ਘਟਨਾ ਘਟ ਗਈ। ਤੇ ਉਹੀ ਜਨਵਰੀ 6 ਦਾ ਕੇਸ ਹੈ 2020 ਦਾ, ਜਿਹੜਾ ਮੇਰੇ ਉੱਤੇ ਤੁਸੀਂ ਚਲਾਇਆ ਹੋਇਆ ਹੈ, ਬਿਲਕੁਲ ਗਲਤ ਹੈ, ਪੋਲੀਟੀਕਲ ਵੈਂਡੇਟਾ ਹੈ। ਮੈਂ ਆਪਣੇ ਆਪ ਨੂੰ ਬੇਕਸੂਰ ਮੰਨਦਾ ਹੀ ਨਹੀਂ। ਇਹ ਤੇ ਸਾਰਾ ਖਲੇਰਾ ਮੇਰੇ ਨਾਂ ਤੇ ਪਾ ਕੇ ਮੈਨੂੰ ਬਦਨਾਮ ਕੀਤਾ ਗਿਆ, ਮੈਂ ਤੇ ਇਹਦੇ 'ਚ ਇਨਵੋਲਵ ਹੀ ਨਹੀਂ ਹੈ। ਸੋ ਇਹ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਨੇ ਔਰ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਉਹ ਲਿਖਦੇ ਨੇ, ਤਾਂ ਇਹ ਬਿਲਕੁਲ ਉਹਨਾਂ ਦੀ ਮਾਨਸਿਕਤਾ ਕਲੀਅਰ ਹੋ ਜਾਂਦੀ ਆ। ਔਰ ਕਿਹਨਾਂ ਦੇ ਨਾਂ ਨੇ, ਥੋੜ੍ਹੇ ਜਿਹੇ ਝਲਕ ਮਿਲਦੀ ਹੈ ਉਹਨਾਂ ਦੀ। ਹਿਲੇਰੀ ਕਲਿੰਟਨ, 2016 ਦੀਆਂ ਇਲੈਕਸ਼ਨਸ, ਯੈਸ, ਜਦੋਂ ਇਹ ਬਣਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ ਜੋ ਬਾਈਡਨ, ਉਦੋਂ 3 ਵਾਰ ਹਰਾਇਆ ਡਿਬੇਟ ਦੇ ਵਿੱਚ ਹਿਲੇਰੀ ਕਲਿੰਟਨ ਨੇ ਇਹਨਾਂ ਨੂੰ, ਜੋ ਬਾਈਡਨ ਨੂੰ। ਔਰ ਸੇਮ ਟਿਪਸ ਹਿਲੇਰੀ ਕਲਿੰਟਨ ਨੇ ਦਿੱਤੇ ਸੀ ਕਮਲਾ ਹੈਰਿਸ ਨੂੰ
ਕਿ ਡੋਨਲਡ ਟਰੰਪ ਨੂੰ ਹਰਾਇਆ ਜਾ ਸਕਦਾ ਹੈ ਜਦੋਂ ਤੁਸੀਂ ਉਹਨਾਂ ਦੇ ਉੱਤੇ ਇੱਕ ਡਾਇਰੈਕਟ ਅਗਰੈਸਿਵ ਹੋ ਕੇ ਫੈਕਟਸ ਦੇ ਮੁਤਾਬਿਕ ਗੱਲ ਕਰਦੇ ਹੋ, ਲੌਜਿਕ ਦੇ ਮੁਤਾਬਿਕ ਗੱਲ ਕਰਦੇ ਹੋ, ਤਾਂ ਡੋਨਲਡ ਟਰੰਪ ਕਦਮ ਛੱਡ ਜਾਂਦੇ ਨੇ, ਕਿਉਂਕਿ ਉਹਨਾਂ ਕੋਲ ਫੈਕਟਸ ਨਹੀਂ ਹੁੰਦੇ, ਉਹਨਾਂ ਦੀ ਉਹ ਤਿਆਰੀ ਨਹੀਂ ਹੁੰਦੀ, ਉਹ ਬਸ ਬੋਲ ਪੜਾਕ ਨੇ, ਬੋਲਦੇ ਨੇ ਪਰ ਬੋਲਣਾ ਕੀ ਹੈ ਉਹਦੇ ਲਈ ਤਿਆਰੀ ਨਹੀਂ ਹੈ, ਜੋ ਆਇਆ ਬੋਲ ਦਿੰਦੇ ਨੇ। ਇਸ ਕਰਕੇ ਕਮਲਾ ਹੈਰਿਸ ਪੂਰੀ ਤਰ੍ਹਾਂ ਤਿਆਰੀ ਕਰਕੇ ਗਏ ਸੀ, ਆਪਣਾ ਹੋਮਵਰਕ ਪੂਰਾ ਕਰਕੇ ਗਏ ਸੀ, ਕਿਉਂਕਿ ਹਿਲੇਰੀ ਕਲਿੰਟਨ ਨੇ ਕਲਾਸਿਸ ਲਿੱਤੀਆਂ ਸੀ, ਉਹਨਾਂ ਦੀ ਪੂਰਾ ਸਿਲੇਬਸ ਦਿੱਤਾ ਸੀ। ਇਸ ਕਰਕੇ ਆਪਾਂ ਨੂੰ ਇਹ ਮਹਿਸੂਸ ਹੁੰਦਾ ਕਿ ਅਗਰੈਸਿਵ ਰਹੇ। ਟਿਪਸ ਜੋ ਦਿੱਤੇ ਹਿਲੇਰੀ ਕਲਿੰਟਨ ਨੇ ਕਮਲਾ ਹੈਰਿਸ ਨੂੰ, ਉਹਨਾਂ ਦੇ ਮੁਤਾਬਿਕ ਕਮਲਾ ਹੈਰਿਸ ਅਗਰੈਸਿਵ ਰਹੇ ਡੋਨਲਡ ਟਰੰਪ ਦੇ ਨਾਲ ਡਿਬੇਟ ਦੇ ਵਿੱਚ, ਅਟੈਕਿੰਗ ਪੋਜੀਸ਼ਨ ਤੇ ਰਹੇ, ਔਰ ਡੋਨਲਡ ਟਰੰਪ ਡਿਫੈਂਸ ਤੇ ਖੇਡਦੇ ਰਹੇ। ਜਿਸ ਤਰ੍ਹਾਂ ਸਪੋਰਟਸ ਦੇ ਵਿੱਚ ਹੁੰਦਾ, ਅਟੈਕ ਇਜ਼ ਦ ਬੈਟਰ, ਅਟੈਕ ਇਜ਼ ਦ ਫਾਈਨੈਸਟ ਡਿਫੈਂਸ, ਅਟੈਕ ਇਜ਼ ਦ ਬੈਸਟ ਡਿਫੈਂਸ। ਸੋ ਕਮਿੰਗ ਟੂ ਦ ਪੁਆਇੰਟ, ਹਿਲੇਰੀ ਕਲਿੰਟਨ ਦਾ ਨਾਂ ਸ਼ਾਮਿਲ ਹੈ, ਹਾਲਾਂਕਿ ਵੋਟਾਂ 'ਚ ਹਾਰ ਗਏ ਸੀ ਪਰ ਨਾਂ ਸ਼ਾਮਿਲ ਹੈ, ਕਿਉਂਕਿ 2020 ਦੀਆਂ ਇਲੈਕਸ਼ਨਸ ਹਾਰੇ ਨੇ ਡੋਨਲਡ ਟਰੰਪ, ਉਹਦੇ ਵਿੱਚ ਇਹਨਾਂ ਦਾ ਵੀ ਹੱਥ ਹੈਗਾ, ਹਿਲੇਰੀ ਕਲਿੰਟਨ ਦਾ, ਜੋ ਬਾਈਡਨ ਦਾ, ਹੰਟਰ ਬਾਈਡਨ ਦਾ, ਬਰੈਕ ਓਬਾਮਾ, ਜੇਮਸ ਕੋਮੇ, ਨੈਂਸੀ ਪਿਲੋਸੀ, ਐਡਮ ਸਕਿਫ, ਇਲਹਾਨ ਉਮਾਰ। ਇਹ ਤੇ ਕੁਝ ਨਾਮ ਜੋ ਹਾਈਲਾਈਟ ਹੋ ਰਹੇ ਨੇ, ਜੋ ਦਿਖਦੇ ਨੇ। ਬਾਕੀ ਜਿਹੜੇ ਲੁਕੇ ਹੋਏ ਨੇ ਉਹ ਪਤਾ ਨਹੀਂ, ਉਹ ਬਾਅਦ ਵਿੱਚ ਪਤਾ ਲੱਗਣਗੇ ਜਦੋਂ ਇਹ ਬਣ ਜਾਂਦੇ ਨੇ, ਉਦੋਂ ਇਹ ਖੋਲ੍ਹਣਗੇ ਪਿਟਾਰਾ, ਉਹਦੇ ਵਿੱਚ ਹੋਰ ਲਿਸਟ ਸ਼ਾਇਦ ਨਿਕਲ ਆਵੇ। ਕਿਉਂਕਿ ਗੱਲ ਇਹ ਵੀ ਆ, ਕਿਉਂਕਿ ਪੁਆਇੰਟ ਇਹ ਵੀ ਆ ਕਿ ਜਿਹੜਾ ਇਹ ਕੇਸ ਆ ਜਨਵਰੀ 6 2020 ਦਾ, ਇਹਦੇ ਵਿੱਚ ਵੀ ਜਿਹੜੀ ਲਾਸਟ ਓਪਰਚੁਨਿਟੀ ਸੀ, ਉਹਦੇ ਵਿੱਚ ਵਕੀਲਾਂ ਨੇ ਜਿਹੜੇ ਡਾਕੂਮੈਂਟਸ ਪੇਸ਼ ਕੀਤੇ ਲਾਸਟ ਓਪਰਚੁਨਿਟੀ ਵੇਲੇ, ਉਹਦੇ ਵਿੱਚ ਕਈ ਨਾਮ ਸਾਹਮਣੇ ਆਏ ਡੋਨਲਡ ਟਰੰਪ ਤੋਂ ਇਲਾਵਾ, ਜੋ ਹਾਈਲਾਈਟ ਹੁੰਦੇ ਕਿ ਸਿਰਫ ਡੋਨਲਡ ਟਰੰਪ ਹੀ ਇਨਵੋਲਵ ਨਹੀਂ ਹੈਗੇ ਇਸ ਘਟਨਾ ਦੇ ਵਿੱਚ, ਹੋਰ ਵੀ ਕਈ ਮਹਾਨ ਹਸਤੀਆਂ ਇਹਦੇ ਵਿੱਚ ਇਨਵੋਲਵ ਨੇ। ਇਹ ਕੇਸ ਦੀਆਂ ਪਰਤਾਂ ਜਦੋਂ ਖੁੱਲ੍ਹਦੀਆਂ ਨੇ ਔਰ ਜਦੋਂ ਕੇਸ ਸਾਹਮਣੇ ਆਉਂਦੇ ਨੇ, ਖੁਲਾਸੇ ਹੁੰਦੇ ਨੇ, ਉਦੋਂ ਪਤਾ ਲੱਗਦਾ ਕਿ ਐਡੀ ਵੱਡੀ ਗੇਮ ਕੋਈ ਇਕੱਲਾ ਬੰਦਾ ਨਹੀਂ ਖੇਡ ਸਕਦਾ, ਪੂਰੀ ਟੀਮ ਹੁੰਦੀ ਆ। ਔਰ ਇਸੇ ਕਰਕੇ ਜਦੋਂ ਜੱਜ ਇਸ ਚੀਜ਼ ਨੂੰ ਘੋਖਦੇ ਨੇ, ਇਹ ਜਿਹੜਾ ਇਲੈਕਸ਼ਨ ਕੇਸ ਆ, ਤਾਂ ਡੋਨਲਡ ਟਰੰਪ ਉਹਨਾਂ ਬਾਰੇ ਸ਼ੁਭ ਵਿਚਾਰ ਨਹੀਂ ਰੱਖਦੇ। ਬਈ ਉਹ ਜੱਜ ਤੇ ਆਪਣਾ ਕੰਮ ਕਰ ਰਿਹਾ, ਉਹ ਕੋਈ ਪਰਸਨਲ ਥੋੜ੍ਹਾ ਹੈ ਤੁਹਾਡੇ ਨਾਲ, ਉਹਦੇ ਕੋਲ ਤੇ ਕੋਈ ਲਿਸਟ ਨਹੀਂ ਹੈਗੀ ਕਿ ਐਨਮੀ ਵਿਦਿਨ ਦੀ ਲਿਸਟ ਉਹਦੇ ਕੋਲ ਹੈ, ਤਾਂ ਤੁਹਾਡੇ ਕੋਲ ਹੀ ਹੈ, ਤੇ ਉਹ ਤੁਹਾਡੇ ਖਿਲਾਫ ਨਹੀਂ ਹੈ, ਨਾ ਹੀ ਤੁਹਾਡੇ ਹੱਕ ਦੇ ਵਿੱਚ ਹੈ, ਉਹ ਕਾਨੂੰਨ ਦੇ ਹੱਕ ਦੇ ਵਿੱਚ। ਹੀ ਇਜ਼ ਔਰ ਸ਼ੀ ਇਜ਼ ਬਾਈਂਡ ਬਾਏ ਦ ਬੁੱਕ। ਜੋ ਐਵੀਡੈਂਸ ਹੈ ਸਾਹਮਣੇ, ਜੋ ਪ੍ਰੂਫਸ ਨੇ ਸਾਹਮਣੇ, ਉਹਦੇ ਉੱਤੇ ਹੀ ਕੋਰਟ ਨੇ ਡਿਸਾਈਡ ਕਰਨਾ। ਹੁਣ ਜੋ ਵਕੀਲ ਸਾਹਿਬਾਨ ਨੇ ਅੱਗੇ ਰੱਖਿਆ, ਉਹਨੂੰ ਪੜ੍ਹੇਗਾ ਹੀ, ਉਹਦੇ ਬਾਰੇ ਕੁਐਸਚਨ, ਕ੍ਰਾਸ ਕੁਐਸਚਨ ਸਭ ਕੁਝ ਹੋਣਗੇ ਔਰ ਉਹਦੇ ਆਧਾਰ ਤੇ ਫੈਸਲੇ ਹੋਣਗੇ। ਹੁਣ ਤੁਸੀਂ ਪਰਸਨਲ ਰਾਏ ਕੀ ਰੱਖਦੇ ਹੋ ਉਹਨਾਂ ਜੱਜ ਸਾਹਿਬ ਬਾਰੇ ਜਾਂ ਜੱਜ ਸਾਹਿਬਾ ਬਾਰੇ, ਇਹ ਤਾਂ ਤੁਹਾਡੀ ਆਪਣੀ ਪਰਸਨਲ ਰਾਏ ਹੈ ਨਾ। ਸ਼ੁਭ ਵਿਚਾਰ ਰੱਖੋ ਜਾਂ ਅਸ਼ੁਭ ਵਿਚਾਰ ਰੱਖੋ, ਇਹਦੇ ਨਾਲ ਨਾ ਜੱਜ ਨੂੰ ਕੋਈ ਫਰਕ ਪੈਂਦਾ, ਨਾ ਕੋਰਟ ਨੂੰ ਕੋਈ ਫਰਕ ਪੈਂਦਾ। ਤੁਸੀਂ ਆਪਣੇ ਵਿਚਾਰ ਆਪਣੇ ਵੋਟਰਸ ਦੇ ਵਿੱਚ, ਪਬਲਿਕ ਦੇ ਵਿੱਚ ਜ਼ਰੂਰ ਰੱਖੋ, ਇਹ ਤੁਹਾਨੂੰ ਅਧਿਕਾਰ ਹੈ, ਡੈਮੋਕ੍ਰੇਸੀ ਆ, ਕੌਨਸਟੀਟਿਊਸ਼ਨ ਦੇ ਮੁਤਾਬਿਕ ਯੂ ਹੈਵ ਫੁੱਲ ਰਾਈਟਸ। ਪਰ ਆਪਣੇ ਰਾਈਟਸ ਦੇ ਨਾਲ ਨਾਲ ਦੂਜੇ ਦੇ ਰਾਈਟਸ ਵੀ ਤਾਂ ਦੇਖੋ ਨਾ। ਇਹ ਥੋੜ੍ਹਾ ਕਿ ਦੂਜੇ ਦੇ ਰਾਈਟਸ ਦੇ ਉੱਤੇ ਹਾਵੀ ਹੋ ਜਾਓ। ਜੇ ਤੁਹਾਡੇ ਰਾਈਟਸ ਨੇ ਤਾਂ ਦੂਸਰੇ ਦੇ ਵੀ ਰਾਈਟਸ ਨੇ, ਜੇ ਦੂਜੇ ਦੀਆਂ ਡਿਊਟੀਜ਼ ਨੇ ਤਾਂ ਤੁਹਾਡੀਆਂ ਵੀ ਡਿਊਟੀਜ਼ ਨੇ। ਇਹ ਗਿਵ ਐਂਡ ਟੇਕ ਆ। ਮੇਰੀ ਡਿਊਟੀ ਤੁਹਾਡਾ ਰਾਈਟ ਆ, ਤੁਹਾਡੀ ਡਿਊਟੀ ਮੇਰਾ ਰਾਈਟ ਆ। ਤੁਸੀਂ ਆਪਣੀ ਡਿਊਟੀ ਪੂਰੀ ਕਰੋ ਕਿਉਂਕਿ ਉਹ ਮੇਰਾ ਰਾਈਟ ਆ, ਔਰ ਮੈਂ ਆਪਣੀ ਡਿਊਟੀ ਪੂਰੀ ਕਰਾਂ ਕਿਉਂਕਿ ਉਹ ਤੁਹਾਡਾ ਰਾਈਟ ਆ। ਇਹੀ ਤਾਂ ਡੈਮੋਕ੍ਰੇਸੀ ਆ। ਹੱਥ ਨੂੰ ਹੱਥ ਜਿਹਨੂੰ ਆਪਾਂ ਕਹਿੰਦੇ ਆ, ਇਕੱਠੇ ਜੋੜੀ ਬਣਾ ਕੇ ਤੁਰੋ, ਦੈਟ ਇਜ਼ ਰਾਈਟਸ ਐਂਡ ਡਿਊਟੀਜ਼, ਦੈਟ ਇਜ਼ ਡੈਮੋਕ੍ਰੇਸੀ। ਇੱਥੇ ਨਹੀਂ ਕਿ ਮੇਰੇ ਹੀ ਰਾਈਟ ਨੇ, ਬਾਕੀ ਭੁੱਲ ਜਾਓ ਆਪਣੇ ਰਾਈਟ, ਬਾਕੀ ਸਾਰੇ ਆਪਣੀਆਂ ਡਿਊਟੀਜ਼ ਕਰਦੇ ਰਹੋ। ਦਿਸ ਇਜ਼ ਨਾਟ ਫੇਅਰ। ਸੋ ਇਹ ਸਭ ਚੀਜ਼ਾਂ ਦੇਖਣ ਨੂੰ ਜਦੋਂ ਆਉਂਦੀਆਂ ਨੇ ਸਾਹਮਣੇ, ਤਾਂ ਵਾਕਈ ਇਹ ਦਿਮਾਗ ਦੇ ਉੱਤੇ ਜ਼ੋਰ ਪੈਂਦਾ ਕਿ ਇਹ ਅਸੀਂ ਅਮਰੀਕਾ ਦੀ ਇੱਕ ਸੋਸਾਇਟੀ ਨੂੰ ਸਿਵਲਾਈਜ਼ਡ ਸੋਸਾਇਟੀ ਕਹਿੰਦੇ ਹਾਂ, ਜਿੱਥੋਂ ਡੈਮੋਕ੍ਰੇਸੀ ਦੀ, ਮਾਡਰਨ ਡੈਮੋਕ੍ਰੇਸੀ ਦੀ ਸ਼ੁਰੂਆਤ ਅਸੀਂ ਮੰਨਦੇ ਹਾਂ। ਉੱਥੋਂ ਦੇ ਜਿਹੜੇ ਇਹ ਸਿਰ ਕੱਢ ਨੇਤਾ ਨੇ, ਜਿਹੜੇ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਦੀ ਦੌੜ ਦੇ ਵਿੱਚ ਸ਼ਾਮਿਲ ਨੇ, ਇੱਦਾਂ ਦੀ ਸੋਚ ਰੱਖਦੇ ਨੇ, ਇੱਦਾਂ ਦੀ ਮਾਨਸਿਕਤਾ, ਇੱਦਾਂ ਦਾ ਐਟੀਟਿਊਡ। ਅਤੇ ਜੇ ਇਹ ਬਣ ਜਾਂਦੇ ਨੇ, ਉਸ ਅਹੁਦੇ 'ਤੇ ਪਹੁੰਚ ਜਾਂਦੇ ਨੇ ਜਿਹਦੇ ਵਾਸਤੇ ਪੂਰੀ ਜ਼ੋਰ, ਪੂਰੀ ਕੁਸ਼ਤੀ ਚੱਲਦੀ ਪਈ ਹੈ, ਤਾਂ ਫਿਰ ਇਹ ਕਿੱਦਾਂ ਦੀਆਂ ਪਾਲਿਸੀਆਂ ਬਣਾਉਣਗੇ? ਇਹਨਾਂ ਦਾ ਵਿਜ਼ਨ ਕੀ ਹੈ? ਇਹ ਲੋਕਾਂ ਨੂੰ ਕਿੱਥੇ ਰੱਖਣਗੇ?
ਇਹਨਾਂ ਦੇ ਜਿਹੜੇ ਲੋਕਲ ਟੈਕਸਿਸ ਨੇ ਉਹ ਕੀ ਹੋਣਗੇ, ਇਹਨਾਂ ਦੀ ਜਿਹੜੀ ਫੋਰਨ ਪਾਲਿਸੀ ਹੈ ਉਹ ਕੀ ਹੋਏਗੀ। ਟੈਰਿਫਸ ਦੀ ਗੱਲ ਆਪਾਂ ਅਕਸਰ ਕਰਦੇ ਹਾਂ, ਟੈਰਿਫਸ ਲਗਾਏ ਜਾਂਦੇ ਨੇ ਤਾਂ ਕਿ ਅਮਰੀਕਾ ਦੀ ਜਿਹੜੀ ਲੋਕਲ ਇੰਡਸਟਰੀ ਹੈ, ਲੋਕਲ ਮੈਨੂਫੈਕਚਰਿੰਗ ਆ, ਉਹਨੂੰ ਬਚਾ ਕੇ ਰੱਖਿਆ ਜਾਵੇ। ਇਸ ਕਰਕੇ ਜਿਹੜੇ ਦੂਸਰੇ ਮੁਲਕਾਂ ਤੋਂ ਆਪਾਂ ਚੀਜ਼ਾਂ ਲੈਂਦੇ ਹਾਂ, ਇੰਪੋਰਟ ਕਰਦੇ ਹਾਂ, ਉਹਦੇ 'ਤੇ ਟੈਰਿਫਸ ਲਗਾਉਣੇ ਆ ਤਾਂ ਕਿ ਉਨੀਆਂ ਹੀ ਮੰਗਵਾਓ ਜਿੰਨੀਆਂ ਜ਼ਰੂਰਤ ਨੇ। ਬਾਕੀ ਸਾਰੀ ਆਪਣੀ ਲੋਕਲ ਇੰਡਸਟਰੀ ਅਮਰੀਕਾ ਦੀ ਬਣਾਏਗੀ, ਕਿਉਂਕਿ ਜੇ ਸਭ ਕੁਝ ਬਾਹਰੋਂ ਹੀ ਲੈ ਕੇ ਆਉਣ ਲੱਗ ਪਏ, ਸਾਡੀ ਇੰਡਸਟਰੀ ਤਾਂ ਵਿਹਲੀ ਹੋ ਕੇ ਬਹਿ ਜਾਏਗੀ, ਅਤੇ ਸਾਡੀ ਇੰਡਸਟਰੀ ਵਿਹਲੀ ਹੋ ਗਈ ਅਤੇ ਲੋਕਾਂ ਦੀਆਂ ਜੌਬਸ ਖਤਮ, ਕਿਉਂਕਿ ਫਿਰ ਤੇ ਸਭ ਕੁਝ ਬਾਹਰੋਂ ਹੀ ਆ ਰਿਹਾ। ਬਾਹਰ ਦੀਆਂ ਕੰਪਨੀਆਂ ਤਰੱਕੀ ਕਰਦੀਆਂ ਪਈਆਂ, ਬਾਹਰ ਦੀਆਂ ਇਕੋਨਮੀਆਂ ਤਰੱਕੀ ਕਰਦੀਆਂ ਪਈਆਂ ਨੇ, ਬਾਹਰ ਦੇ ਦੇਸ਼ ਤਰੱਕੀ ਕਰਦੇ ਪਏ ਨੇ। ਅਸੀਂ ਤੇ ਆਪ ਹੀ ਆਪਣੇ ਪੈਰਾਂ 'ਤੇ ਕੁਲਹਾੜੀ ਮਾਰ ਕੇ ਬਹਿ ਗਏ, ਕਿਉਂਕਿ ਆਪਣਾ ਸਭ ਕੁਝ ਹੀ ਬੰਦ ਕਰ ਲਿਆ, ਖਾਤੇ ਬੰਦ ਕਰ ਲਏ। ਇਸ ਕਰਕੇ ਟੈਰਿਫਸ ਕਿ ਬਾਹਰ ਦੇ ਮੁਲਕਾਂ ਦੀਆਂ ਕੰਪਨੀਆਂ ਦੇ ਉੱਤੇ ਕਿੰਨੀ ਕੁ ਛੋਟ ਹੋਣੀ ਚਾਹੀਦੀ ਹੈ ਅਤੇ ਕਿੱਥੇ ਕਿੱਥੇ ਉਹਨਾਂ ਦੇ ਉੱਤੇ ਸਖਤੀ ਹੋਣੀ ਚਾਹੀਦੀ ਹੈ, ਉਹਨਾਂ ਦੀ ਸੀਮਾ ਕੀ ਹੋਣੀ ਚਾਹੀਦੀ ਹੈ, ਪਾਬੰਦੀ ਕਿੱਥੇ ਹੋਣੀ ਚਾਹੀਦੀ ਹੈ, ਇਹ ਡਿਸਾਈਡ ਕਰਦਾ ਟੈਰਿਫ, ਤਾਂ ਕਿ ਅਸੀਂ ਆਪਣੀ ਲੋਕਲ ਇੰਡਸਟਰੀ ਨੂੰ ਬਚਾ ਸਕੀਏ। ਲੋਕਲ ਇੰਡਸਟਰੀ ਬਚੇਗੀ ਤਾਂ ਸਾਡੀਆਂ ਜੌਬਸ ਬਚੀਆਂ ਰਹਿਣਗੀਆਂ, ਕੰਮ ਚੱਲਦੇ ਰਹਿਣਗੇ, ਮੈਨੂਫੈਕਚਰਿੰਗ ਹੁੰਦੀ ਰਹੇਗੀ। ਔਰ ਜਿਉਂ-ਜਿਉਂ ਲੋਕਲ ਮਾਲ ਦੀ ਡਿਮਾਂਡ ਵਧੇਗੀ, ਤਿਉਂ-ਤਿਉਂ ਕੰਪਨੀਆਂ ਜ਼ਿਆਦਾ ਮਾਲ ਬਣਾਉਣਗੀਆਂ, ਔਰ ਜ਼ਿਆਦਾ ਮਾਲ ਬਣਾਉਣ ਵਾਸਤੇ ਜ਼ਿਆਦਾ ਇੰਪਲੋਇਮੈਂਟ ਦੇਣੀ ਪਏਗੀ, ਫਿਰ ਹੋਰ ਨੌਕਰੀਆਂ ਜਨਰੇਟ ਹੋਣਗੀਆਂ ਡਿਮਾਂਡ ਦੇ ਉੱਤੇ। ਜਿਉਂ-ਜਿਉਂ ਡਿਮਾਂਡ ਵਧੇਗੀ, ਤਿਉਂ-ਤਿਉਂ ਸਪਲਾਈ ਵਧਾਉਣ ਵਾਸਤੇ ਨੌਕਰੀਆਂ ਬਣਨਗੀਆਂ। ਇਹਨੂੰ ਕਹਿੰਦੇ ਨੇ ਸਸਟੇਨੇਬਲ ਡਿਵੈਲਪਮੈਂਟ, ਜਿਹੜੀ ਹਮੇਸ਼ਾ ਚੱਲਦੀ ਰਹੇ, ਸਭ ਦੀਆਂ ਨੌਕਰੀਆਂ ਵੱਧਦੀਆਂ ਰਹਿਣ, ਕੋਈ ਵੀ ਹੱਥ ਖਾਲੀ ਨਾ ਹੋਵੇ, ਸਾਰੇ ਹੱਥਾਂ ਕੋਲ ਕੰਮ ਹੋਵੇ ਉਹਨਾਂ ਦੀ ਕਾਬਲੀਅਤ ਦੇ ਮੁਤਾਬਿਕ, ਉਹਨਾਂ ਦੇ ਹੁਨਰ ਦੇ ਮੁਤਾਬਿਕ, ਟੈਲੈਂਟ ਦੇ ਮੁਤਾਬਿਕ। ਕਿਉਂਕਿ ਜਦੋਂ ਕਿਸੇ ਇਨਸਾਨ ਦਾ ਟੈਲੈਂਟ ਵੇਸਟ ਹੋ ਜਾਂਦਾ ਨਾ, ਇਸ ਤੋਂ ਵੱਡੀ ਸਜ਼ਾ ਉਸ ਇਨਸਾਨ ਵਾਸਤੇ ਹੋਰ ਕੋਈ ਦੂਜੀ ਨਹੀਂ ਹੋ ਸਕਦੀ। ਇਸ ਕਰਕੇ ਟੈਲੈਂਟ, ਔਰ ਜਿਸ ਦਾ ਟੈਲੈਂਟ ਸਹੀ ਇਸਤੇਮਾਲ ਨਾ ਹੋਵੇ ਉਹ ਫਰਸਟ੍ਰੇਟਿਡ ਹੁੰਦਾ। ਔਰ ਇੱਦਾਂ ਦੇ ਲੋਕਾਂ ਨੂੰ ਹੀ ਲੱਭਦੀਆਂ ਨੇ ਕੰਪਨੀਆਂ, ਤਾਂ ਕਿ ਉਹ ਜਸੂਸ ਬਣਾ ਕੇ ਉਹਨਾਂ ਕੰਪਨੀਆਂ ਨੂੰ ਖਤਮ ਕਰਨ ਜਿਹੜੀਆਂ ਕੰਪੀਟੀਟਰਸ ਨੇ, ਜਿਹੜੇ ਅਸੰਤੁਸ਼ਟ ਨੇ, ਸੈਟਿਸਫਾਈ ਨਹੀਂ ਹੈਗੇ, ਅਨਸੈਟਿਸਫਾਈ ਵਰਕਰਸ ਨੇ, ਉਹਨਾਂ ਨੂੰ ਇਕੱਠੇ ਕਰ ਲਓ ਔਰ ਉਹਨਾਂ ਨੂੰ ਜਸੂਸ ਬਣਾ ਲਓ ਆਪਣੇ, ਜੋ ਜਿਸ ਕੰਪਨੀ 'ਚ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਕੰਮ ਕਰਵਾ ਲਓ, ਔਰ ਉਹਨਾਂ ਨੂੰ ਕਹੋ ਤੁਸੀਂ ਇਸ ਕੰਪਨੀ ਦੇ ਬਜਾਏ ਸਾਡੀ ਕੰਪਨੀ ਦੇ ਆਓ ਔਰ ਇਸ ਕੰਪਨੀ ਨੂੰ ਖਤਮ ਕਰੋ, ਸਾਡੀ ਕੰਪਨੀ 'ਚ ਆਓ ਤਾਂ ਤੁਹਾਨੂੰ ਉਹ ਸਭ ਮਿਲੇਗਾ ਜੋ ਤੁਹਾਡਾ ਹੁਨਰ ਤੁਹਾਨੂੰ ਦੇ ਸਕਦਾ। ਤਾਂ ਇਹ ਸਾਰੀ ਗੇਮ ਪਲਾਨ ਕੰਪਨੀਆਂ ਦੀ ਹੁੰਦੀ ਹੈ। ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਅਸੰਤੁਸ਼ਟ ਲੋਕਾਂ ਨੂੰ ਲੱਭੋ, ਕਿਸੇ ਵੀ ਦੇਸ਼ ਦੇ ਵਿੱਚ ਅਸੰਤੁਸ਼ਟ ਲੋਕਾਂ ਨੂੰ ਲੱਭੋ ਔਰ ਉਹਨੂੰ ਉਸ ਦੇਸ਼ ਦੀ ਪਾਵਰ ਦੇ ਖਿਲਾਫ ਇਸਤੇਮਾਲ ਕਰੋ। ਇਹਨੂੰ ਆਰਟ ਆਫ ਵਾਰ ਕਹਿੰਦੇ ਨੇ, ਕਿ ਦੇਸ਼ ਦੀ ਤਾਕਤ ਦਾ ਦੇਸ਼ ਦੇ ਖਿਲਾਫ ਇਸਤੇਮਾਲ, ਕੰਪਨੀ ਦੀ ਤਾਕਤ ਦਾ ਕੰਪਨੀ ਦੇ ਖਿਲਾਫ ਇਸਤੇਮਾਲ। ਅਨਸੈਟਿਸਫਾਈਡ ਲੋਕ, ਇਹ ਜਿਹੜੇ ਸੰਤੁਸ਼ਟ ਨਹੀਂ ਹੈਗੇ, ਉਹੀ ਲੋਕ ਇਹ ਬਹੁਤ ਵੱਡਾ ਸੈਬੋਟੇਜ ਕਰ ਸਕਦੇ ਨੇ। ਇਸ ਕਰਕੇ ਇਹਨਾਂ ਨੂੰ ਸੰਤੁਸ਼ਟ ਕਰੋ, ਇਹਨਾਂ ਨੂੰ ਇਹਨਾਂ ਦੀ ਕਾਬਲੀਅਤ ਦੇ ਮੁਤਾਬਿਕ ਕੰਮ ਦਿਓ, ਤਾਂ ਕਿ ਇਹ ਦੁਸ਼ਮਣ ਦੇ ਹੱਥੇ ਨਾ ਚੜਨ, ਦੁਸ਼ਮਣ ਦੇ ਝਾਂਸੇ 'ਚ ਨਾ ਆਉਣ, ਉਹਨਾਂ ਦੇ ਵੱਲੋਂ ਬੈਨੀਫਿਟਸ ਲੈ ਕੇ ਆਪਣੇ ਮੁਲਕ ਦੇ ਖਿਲਾਫ, ਆਪਣੀ ਕੰਪਨੀ ਦੇ ਖਿਲਾਫ ਜਾਂ ਆਪਣੇ ਪਰਿਵਾਰ ਦੇ ਖਿਲਾਫ ਨਾ ਕੰਮ ਕਰ ਲੈ। ਘਰ ਕਾ ਬਿਹਦੀ ਲੰਕਾ ਢਾਏ, ਉਹ ਬੜਾ ਹਿਸਾਬ ਨਾ ਹੋ ਜਾਏ। ਤਾਂ ਇਸ ਕਰਕੇ ਇਹ ਸਾਰਾ ਤਾਮ-ਝਾਮ ਦੇਖਿਆ ਜਾਂਦਾ, ਟੈਰਿਫਸ ਦਾ, ਬੈਲੈਂਸ ਆਫ ਪੇਮੈਂਟਸ, ਐਕਸਪੋਰਟ ਇੰਪੋਰਟ, ਲੋਕਲ ਇੰਡਸਟਰੀ, ਲੋਕਲ ਟੈਲੈਂਟ, ਬਾਹਰੋਂ ਕਿਹੜੇ ਮੰਗਵਾਉਣੇ ਨੇ, ਕਿਹੜੇ ਨਹੀਂ ਮੰਗਵਾਉਣੇ, ਮਾਈਗ੍ਰੈਂਟਸ ਕਿਹੜੇ ਆਉਣੇ ਚਾਹੀਦੇ ਨੇ, ਕਿਹੜੇ ਨਹੀਂ ਆਉਣੇ ਚਾਹੀਦੇ। ਡੋਨਲਡ ਟਰੰਪ ਵੀ ਇਸ ਚੀਜ਼ ਨੂੰ ਲੈ ਕੇ ਚੱਲਦੇ ਨੇ। ਸੋ ਹੁਣ ਇਹ ਜਦੋਂ ਸਾਰੀਆਂ ਚੀਜ਼ਾਂ ਖੁੱਲ੍ਹ ਕੇ ਸਾਹਮਣੇ ਆਉਂਦੀਆਂ ਨੇ ਤਾਂ ਪਤਾ ਲੱਗਦਾ ਕਿ ਦੇਸ਼ ਕਿੱਥੇ ਖੜਾ ਹੈ ਅਤੇ ਉਹਨੂੰ ਕਿੱਦਾਂ ਸਾਂਭਣਾ ਹੈ। ਨਾਓ ਬੈਕ ਟੂ ਦ ਪੁਆਇੰਟ, ਜਿਹੜੇ ਵੱਖ-ਵੱਖ ਇੰਸਟੀਟਿਊਸ਼ਨਸ ਨੇ, ਕੰਪਨੀਆਂ ਹੋ ਗਈਆਂ, ਡਿਪਾਰਟਮੈਂਟ ਆਫ ਜਸਟਿਸ ਹੋ ਗਿਆ, ਹੋਰ ਏਜੰਸੀਜ਼ ਹੋ ਗਈਆਂ, ਤਮਾਮ ਬੈਂਕਸ ਹੋ ਗਏ, ਇੰਸ਼ੋਰੈਂਸ ਹੋ ਗਈ, ਹੈਲਥ ਸੈਕਟਰ ਹੋ ਗਿਆ, ਐਵਰੀ ਸੈਕਟਰ, ਇਹ ਸਾਰੇ ਜਿੱਦਾਂ ਅਮਰੀਕਾ ਇੱਕ ਸਰੀਰ ਹੈ ਅਤੇ ਇਹ ਸਾਰੇ ਸਰੀਰ ਦੇ ਅੰਗ ਨੇ। ਸਾਰੇ ਅੰਗਾਂ ਦਾ ਤਾਕਤਵਰ ਹੋਣਾ ਜ਼ਰੂਰੀ ਆ, ਤਾਂ ਹੀ ਪੂਰਾ ਸਰੀਰ ਤਾਕਤਵਰ ਹੋ ਸਕਦਾ ਹੈ ਔਰ ਪੂਰੀ ਤਰ੍ਹਾਂ ਪ੍ਰੋਪਰਲੀ ਫੰਕਸ਼ਨ ਕਰ ਸਕਦਾ। ਮਤਲਬ ਸਰੀਰ ਦੇ ਕਿਡਨੀ, ਹਾਰਟ, ਲੀਵਰ, ਆਈਜ਼, ਕੰਨ, ਜੀਭ, ਐਵਰੀਥਿੰਗ, ਸਾਰੀਆਂ ਸੈਂਸਿਸ, ਸਭ ਕੁਝ ਸਟਰੋਂਗ ਹੋਵੇ ਤਾਂ ਹੀ ਤਾਂ ਤੰਦਰੁਸਤ। ਉਸੇ ਤਰ੍ਹਾਂ ਹੀ ਦੇਸ਼ ਦੇ ਹਰ ਇੰਸਟੀਚਿਊਟ, ਹਰ ਏਜੰਸੀ, ਸਭ ਕੁਝ, ਸਾਰੇ ਇੰਸਟੀਟਿਊਸ਼ਨਸ ਉਸ ਦੇ ਅੰਗ ਨੇ, ਸਭ ਦਾ ਤੰਦਰੁਸਤ ਹੋਣਾ ਜ਼ਰੂਰੀ ਆ। ਇਸ ਕਰਕੇ ਚਾਹੇ ਉਹ ਪ੍ਰੋਪਰਟੀ ਦੇ ਰਾਈਟਸ ਨੇ, ਹਿਊਮਨ ਰਾਈਟਸ ਨੇ, ਫੇਅਰ ਐਂਡ ਫ੍ਰੀ ਇਲੈਕਸ਼ਨਸ ਨੇ, ਇਨਪਾਰਸ਼ਲ ਜੁਡੀਸ਼ਰੀ, ਮਤਲਬ ਜਿੱਦਾਂ ਆਪਾਂ ਅਦਾਲਤ ਦੀ ਗੱਲ ਕਰਦੇ ਹਾਂ, ਨਾ ਕਿਸੇ ਦੇ ਖਿਲਾਫ ਨਾ ਕਿਸੇ ਦੇ ਹੱਕ ਦੇ ਵਿੱਚ, ਬਾਈਂਡ ਬਾਏ ਦ ਬੁੱਕ, ਗਵਾਹ ਸਬੂਤ, ਇਹੀ ਆਧਾਰ, ਮਤਲਬ ਪੂਰੀ ਤਰ੍ਹਾਂ ਜਸਟਿਸ ਹੁੰਦਾ ਹੈ। ਔਰ ਇਹ ਸਾਰੇ ਡਿਪਾਰਟਮੈਂਟਸ ਜਿਸ ਕੰਟਰੀ ਦੇ ਵਿੱਚ ਸਹੀ ਤਰੀਕੇ ਨਾਲ ਕੰਮ ਕਰਦੇ ਨੇ, ਉਹ
ਕੰਟਰੀ ਤਰੱਕੀ ਕਰਦਾ ਹੈ, ਔਰ ਜਿਹਦੇ ਵਿੱਚ ਇਹ ਤਰੀਕਾ ਨਹੀਂ ਹੁੰਦਾ, ਭੰਬਲ ਭੂਸਾ, ਕਿਓਸ, ਡਿਸਆਰਡਰ ਹੈ, ਉੱਥੇ ਫਿਰ ਗੜਬੜ ਹੁੰਦੀ ਰਹਿੰਦੀ ਹੈ, ਔਰ ਉਸੇ ਗੜਬੜ ਦਾ ਦੁਸ਼ਮਣ ਦੇਸ਼ ਫਾਇਦਾ ਚੁੱਕਦੇ ਨੇ। ਸੋ ਦੈਟ ਇਜ਼ ਵਾਈ ਕੋਈ ਵੀ ਪੋਲੀਟੀਕਲ ਪਾਰਟੀ ਹੈ ਉਸਨੂੰ ਆਪਣੇ ਦੇਸ਼ ਬਾਰੇ ਸੋਚਣਾ ਚਾਹੀਦਾ। ਅਮਰੀਕਾ ਦੀ ਧਰਤੀ ਦੇ ਉੱਤੇ ਵੀ ਇਹੀ ਹੋਣਾ ਚਾਹੀਦਾ। ਜਿਹੜੀਆਂ ਇਹ ਪੁੱਠੀਆਂ ਸਿੱਧੀਆਂ ਗੱਲਾਂ ਮਾਰ ਕੇ ਵੋਟ ਬੈਂਕ ਕ੍ਰੀਏਟ ਕਰਨਾ ਹੈ, ਇਹਦਾ ਰਿਜ਼ਲਟ ਇਹ ਦੇਖੋ ਕਿ ਆਉਣ ਵਾਲੀ ਜਨਰੇਸ਼ਨ ਦੇ ਮਨ ਦੇ ਅੰਦਰ ਕਿਹੜੀ ਜ਼ਹਿਰ ਭਰਦੇ ਪਏ ਆ, ਉਹਨਾਂ ਦੇ ਦਿਮਾਗ ਦੇ ਅੰਦਰ, ਉਹਨਾਂ ਦੇ ਵਿਚਾਰਾਂ ਦੇ ਅੰਦਰ ਕਿਹੜੀ ਜ਼ਹਿਰ ਭਰਦੇ ਪਏ ਆ, ਔਰ ਇਹ ਜ਼ਹਿਰ ਅਮਰੀਕਾ ਦੇ ਭਵਿੱਖ ਦੇ ਵਾਸਤੇ ਕਿੰਨੀ ਖਤਰਨਾਕ ਹੋ ਸਕਦੀ ਹੈ, ਅਮਰੀਕਾ ਦੀਆਂ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਕਿੰਨੀ ਖਤਰਨਾਕ ਹੋ ਸਕਦੀ ਹੈ। ਦੈਟ ਇਜ਼ ਦਾ ਪੁਆਇੰਟ। ਇਸ ਕਰਕੇ ਇਹ ਕੌਨਸਟੀਟਿਊਸ਼ਨ ਦੀ ਲੋੜ ਪੈਂਦੀ ਆ, ਬਈ ਆਹੀ ਫਰੇਮਵਰਕ ਹੈ, ਇਹਦੇ 'ਚ ਗੇਮ ਖੇਡਣੀ ਹੈ, ਆਹੀ ਗਰਾਊਂਡ ਹੈ ਤੁਹਾਡੇ ਕੋਲ ਕੌਨਸਟੀਟਿਊਸ਼ਨ, ਇਸ ਤੋਂ ਬਾਹਰ ਨਹੀਂ ਜਾ ਸਕਦੇ। ਸਮਝਦਾਰ ਨੂੰ ਕਿਸੇ ਲਾਅ ਦੀ, ਕਿਸੇ ਕੌਨਸਟੀਟਿਊਸ਼ਨ ਦੀ, ਕਿਸੇ ਰੂਲ ਰੈਗੂਲੇਸ਼ਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਹ ਸਮਝਦਾਰ ਹੈ, ਉਹ ਆਪਣੀ ਰਿਸਪੌਂਸਿਬਿਲਿਟੀ ਸਮਝਦਾ ਹੈ। ਸੈਲਫ ਡਿਸਿਪਲਿਨ, ਆਪਣੇ ਉੱਤੇ ਆਪ ਹੀ ਉਹਨੇ ਅੰਕੁਸ਼, ਪਾਬੰਦੀ ਲਗਾਈ ਹੋਈ ਹੈ, ਆਪਣੇ ਆਪ ਨੂੰ ਆਪ ਹੀ ਸੈਂਸਰ ਕੀਤਾ ਹੋਇਆ, ਉਹਨੂੰ ਪਤਾ ਮੈਂ ਕੀ ਕਰਨਾ ਕਿ ਨਹੀਂ ਕਰਨਾ, ਉਹਨੂੰ ਸਭ ਪਤਾ ਹੈ। ਪਰ ਜਿਹੜੇ ਨਾ ਸਮਝ ਲੋਕ ਨੇ, ਜਿਹੜੇ ਕੁਝ ਨਹੀਂ ਜਾਣਦੇ, ਗਲਤੀਆਂ ਕਰਦੇ ਨੇ, ਨੁਕਸਾਨ ਪਹੁੰਚਾਉਂਦੇ ਨੇ ਸੁਸਾਇਟੀ ਨੂੰ, ਸਭ ਨੂੰ, ਉਹਨਾਂ ਵਾਸਤੇ ਕੌਨਸਟੀਟਿਊਸ਼ਨ ਫਰੇਮ ਕੀਤਾ ਜਾਂਦਾ ਹੈ। ਬਈ ਜਿਹੜੇ ਸਮਝਦਾਰ ਨੇ ਉਹ ਤਾਂ ਸਮਝ ਜਾਣਗੇ, ਕਿੰਨੇ ਹੋਣਗੇ, 10% ਹੋਣਗੇ, ਬਾਕੀ ਜਿਹੜੇ 90% ਨੇ ਉਹਨਾਂ ਨੂੰ ਕਿਵੇਂ ਸਾਂਭੀਏ, ਲਾਅ ਬਣਾਓ। ਦੈਟ ਇਜ਼ ਨੈਸੈਸਰੀ। ਸੋ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ, ਔਰ ਲਾਅ ਦੇ ਵਿੱਚ ਟਾਈਮ ਨਾਲ ਚੇਂਜਸ ਆਉਂਦੀਆਂ ਨੇ, ਸਮੇਂ ਦੀ ਜ਼ਰੂਰਤ ਦੇ ਮੁਤਾਬਿਕ ਬਦਲਾਅ ਆਉਣੇ ਵੀ ਚਾਹੀਦੇ ਨੇ। ਖੜਾ ਪਾਣੀ ਹਮੇਸ਼ਾ ਬਦਬੂ ਮਾਰੇਗਾ, ਪਾਣੀ ਚੱਲਦਾ ਰਹਿਣਾ ਚਾਹੀਦਾ ਹੈ, ਕਿਉਂਕਿ ਸੋਚ ਨਹੀਂ ਖੜੀ ਹੋਈ, ਸੋਚ ਬਦਲਦੀ ਹੈ ਸਮੇਂ ਦੇ ਨਾਲ, ਸੋਚ ਦੇ ਨਾਲ ਸੰਵਿਧਾਨ ਵੀ ਬਦਲਦਾ ਹੈ ਸਮੇਂ ਦੀ ਲੋੜ ਦੇ ਮੁਤਾਬਿਕ, ਕਿਉਂਕਿ ਖੜੀ ਸੋਚ ਦੇ ਵਿੱਚ ਬਦਬੂ ਆਉਂਦੀ ਹੈ। ਅਸੀਂ ਦੇਖਦੇ ਹੀ ਹਾਂ ਕਈ ਲੋਕ ਅੱਜ 21ਵੀਂ ਸਦੀ ਚੱਲਦੀ ਪਈ ਹੈ, 19ਵੀਂ ਸਦੀ ਦੀਆਂ ਗੱਲਾਂ ਕਰਦੇ ਪਏ ਨੇ। ਰੇਸਿਜ਼ਮ, ਇਹ ਕਦੋਂ ਦੀਆਂ ਗੱਲਾਂ ਲੈ ਕੇ ਬੈਠੇ ਹੋ ਯਾਰ, 200 ਸਾਲ ਪੁਰਾਣੀਆਂ ਗੱਲਾਂ ਅੱਜ ਕਿਤੇ ਲਾਗੂ ਹੁੰਦੀਆਂ ਨੇ? ਨਹੀਂ, ਫਿਰ ਬਦਬੂ ਆਉਂਦੀ ਹੈ ਨਾ ਇਹਨਾਂ ਗੱਲਾਂ 'ਚੋਂ, ਕਿਉਂਕਿ ਇਹਦੇ ਰਿਜ਼ਲਟ ਕਿੰਨੇ ਭਿਆਨਕ ਨੇ। ਇਨਸਾਨ ਆਪਸ ਲੜ ਕੇ ਇੱਕ ਦੂਜੇ ਨੂੰ ਮਾਰ ਦਿੰਦੇ ਨੇ। ਰੇਸਿਜ਼ਮ, ਮੈਂ ਤੇਰੇ ਨਾਲੋਂ ਵਧੀਆ, ਤੂੰ ਮੇਰੇ ਨਾਲੋਂ ਘਟੀਆ, ਇਹ ਕਿਹੜੀ ਸੋਚ ਹੋ ਗਈ? ਸੰਵਿਧਾਨ ਇਸ ਦੀ ਇਜਾਜ਼ਤ ਨਹੀਂ ਦਿੰਦਾ। ਇਸ ਕਰਕੇ ਖੜੀ ਹੋਈ ਸੋਚ, ਖੜਾ ਹੋਇਆ ਪਾਣੀ ਹਮੇਸ਼ਾ ਬਦਬੂ ਦੇਗਾ। ਜਿਹੜੀ ਸੋਚ ਚੱਲਦੀ ਜਾਏਗੀ, ਸਮੇਂ ਦੇ ਨਾਲ ਬਦਲਦੀ ਰਹੇਗੀ, ਪਾਣੀ ਜਿਹੜਾ ਚੱਲਦਾ ਰਹੇਗਾ, ਸਮੇਂ ਦੇ ਨਾਲ ਅੱਗੇ ਵੱਧਦਾ ਰਹੇਗਾ, ਉਹ ਹਮੇਸ਼ਾ ਜੀਵਨ ਦੇਗਾ, ਬਦਬੂ ਨਹੀਂ ਦੇਗਾ। ਔਰ ਇਸੇ ਕਰਕੇ ਕੌਨਸਟੀਟਿਊਸ਼ਨ ਬਦਲਦਾ ਹੈ, ਉਹਦੇ 'ਚ ਬਦਲਾਅ ਕੀਤੇ ਜਾਂਦੇ ਨੇ ਸਮੇਂ ਦੀ ਰਿਕੁਆਇਰਮੈਂਟ ਦੇ ਮੁਤਾਬਿਕ। ਨਾਓ ਬੈਕ ਟੂ ਦ ਪੁਆਇੰਟ। ਔਰ ਇੱਥੇ ਟੈਰਿਫਸ ਦੀ ਗੱਲ ਹੈ, ਇੱਥੇ ਲੋਕਲ ਟੈਕਸਿਸ ਦੀ ਗੱਲ ਹੈ, ਇੱਥੇ ਇੰਟਰਨੈਸ਼ਨਲ ਪਾਲਿਸੀਜ਼ ਦੀ ਗੱਲ ਹੈ ਨਾ, ਵਪਾਰ ਹੈ ਸਾਰਾ। ਤਾਂ ਇਹਦੇ ਵਿੱਚ ਹੁਣ ਦੋਵੇਂ ਧਿਰਾਂ ਆਪਣੀ ਆਪਣੀ ਗੱਲ ਕਹਿਣ ਲੱਗੀਆਂ ਪਈਆਂ ਨੇ। ਡੈਮੋਕ੍ਰੇਟਸ ਆਪਣੀ ਗੱਲ ਕਰਦੇ ਨੇ, ਰਿਪਬਲਿਕਨਸ ਇੱਥੇ ਆਪਣੀ ਗੱਲ ਕਰਦੇ ਨੇ, ਔਰ ਇਹਨਾਂ ਗੱਲਾਂ ਦੇ ਵਿੱਚ ਕਮਲਾ ਹੈਰਿਸ ਨੂੰ ਸਟਰੋਂਗ ਹੋਣਾ ਪੈਣਾ ਹੈ, ਔਰ ਸਟਰੋਂਗ ਹੈਗੇ ਵੀ ਨੇ, ਪਰ ਹੋਣਾ ਵੀ ਪੈਣਾ ਹੈ, ਕਿਉਂਕਿ ਇਕਨੋਮੀ ਇਸ ਵਕਤ ਸਿਰ ਕੱਢ ਮੁੱਦਾ ਹੈ ਇਹਨਾਂ ਇਲੈਕਸ਼ਨਸ ਦੇ ਵਿੱਚ। ਸੋ ਇਹ ਸਭ ਤਮਾਮ ਗੱਲਾਂ ਇਸ ਵਕਤ ਚੱਲਦੀਆਂ ਪਈਆਂ ਨੇ, ਜੋ ਵੋਟਰਸ ਨੂੰ ਡਿਸਾਈਡ ਕਰਨਗੀਆਂ। ਔਰ ਦੂਸਰਾ ਹੈ ਇਮੀਗ੍ਰੈਂਟਸ ਦਾ। ਨਾਓ ਯੂਕਰੇਨ ਦੀ ਵਾਰ ਐਂਡ ਗਾਜ਼ਾ ਵਾਰ, ਇਜ਼ਰਾਈਲ ਵਾਰ, ਰਸ਼ੀਆ ਵਾਰ, ਹੈ ਨਾ, ਆਪਾਂ ਸਾਰੇ ਜਾਣਦੇ ਹਾਂ ਲੈਬਨਾਨ ਦੇ ਵਿੱਚ ਜੋ ਚੱਲਦਾ ਪਿਆ। ਇਹਦੇ ਵਿੱਚ ਇੱਕ ਪੁਆਇੰਟ ਇਹ ਆਇਆ ਹੈ ਕਿ ਇਲੈਕਸ਼ਨਸ ਚੱਲਦੀਆਂ ਪਈਆਂ ਅਮਰੀਕਾ ਦੇ ਵਿੱਚ, ਲੇਕਿਨ ਜੋ ਬਾਈਡਨ ਨੇ ਇਹ ਗੱਲ ਕਹੀ ਹੈ ਕਿ ਜੋ ਅਸੀਂ ਸਪੋਰਟ ਕਰਦੇ ਪਏ ਹਾਂ ਯੂਕਰੇਨ ਨੂੰ, ਉਹ ਜਾਰੀ ਰੱਖੀਏ, ਫਿਲਹਾਲ ਜਾਰੀ ਰੱਖੀ ਜਾਵੇ। ਸਰਦੀਆਂ ਦਾ ਮੌਸਮ ਆ ਰਿਹਾ, ਉਹ ਵੀ ਔਖਾ ਵੇਲਾ ਹੈ, ਮੌਸਮ ਦਾ ਵੀ ਸਾਹਮਣਾ ਕਰਨਾ ਹੈ ਤੇ ਲੜਾਈ ਦਾ ਵੀ ਸਾਹਮਣਾ ਕਰਨਾ ਹੈ। ਇਸ ਕਰਕੇ ਇਹ ਇਮਦਾਦ, ਇਹ ਮਦਦ ਜਾਰੀ ਰੱਖੀ ਜਾਏਗੀ। ਪਰ ਨਾਲ ਇਹ ਵੀ ਹੈ ਕਿ ਵੋਟਾਂ ਦਾ ਨਤੀਜਾ, ਰਿਜ਼ਲਟ ਕੀ ਆਉਂਦਾ ਨਵੰਬਰ 5 ਨੂੰ, ਉਹਦੇ ਬਾਅਦ ਪਤਾ ਲੱਗੇਗਾ ਕਿ ਜੇ ਕਮਲਾ ਹੈਰਿਸ ਆਉਂਦੇ ਨੇ ਤਾਂ ਜੋ ਬਾਈਡਨ ਦੀਆਂ ਪਾਲਿਸੀਜ਼ ਕੰਟੀਨਿਊ ਰਹਿਣਗੀਆਂ, ਤੇ ਜੇ ਆਉਂਦੇ ਨੇ ਡੋਨਲਡ ਟਰੰਪ ਤਾਂ ਫਿਰ ਉਹ ਕਿਹੜੀ ਪਾਲਿਸੀ ਲੈ ਕੇ ਆਉਣਗੇ। ਇਹ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ। ਤੇ ਜਿਹੜੀ ਗੱਲ ਗਾਜ਼ਾ ਵਾਰ ਦੀ ਹੈ, ਇਹਦੇ ਵਿੱਚ ਕਮਲਾ ਹੈਰਿਸ ਨੇ ਕਿਤੇ ਨਾ ਕਿਤੇ ਸਿੰਪਥੀ ਦਿੱਤੀ ਹੈ ਫਿਲਿਸਤੀਨੀਆਂ ਵਾਸਤੇ, ਪਰ ਨਾਲ ਇਹ ਵੀ ਗੱਲ ਕਹੀ ਹੈ ਕਿ ਇਹਦਾ ਮਤਲਬ ਇਹ ਨਹੀਂ ਕਿ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਇਜ਼ਰਾਈਲ ਨੂੰ ਸਪੋਰਟ ਕਰਦੀ ਪਈ ਹੈ, ਉਹ ਸਪੋਰਟ ਵਾਪਸ ਲੈ ਲਈ ਜਾਏਗੀ। ਐਸੀ ਗੱਲ ਨਹੀਂ ਹੈ। ਸਿੰਪਥੀ ਹੈ ਉਹਨਾਂ ਵਾਸਤੇ ਜਿਹੜੇ ਸਫਰ ਕਰ ਰਹੇ ਨੇ, ਭੁਗਤ ਰਹੇ ਨੇ। ਸੋ ਸਿੰਪਥੀ ਤਾਂ ਹਰ ਇੱਕ ਵਾਸਤੇ ਹੋਣੀ ਚਾਹੀਦੀ ਹੈ, ਕਿਉਂਕਿ ਇਨਸਾਨ ਹੋਣ ਦੇ ਨਾਤੇ ਇਨਸਾਨੀਅਤ ਦੀ ਗੱਲ ਹਮੇਸ਼ਾ ਹੋਣੀ ਚਾਹੀਦੀ ਆ। ਹੁਣ ਅਮਰੀਕਾ ਵਾਸਤੇ ਯੂਕਰੇਨ ਰਸ਼ੀਆ ਵਾਰ ਦੇ ਵਿੱਚ ਔਰ ਇਜ਼ਰਾਈਲ ਗਾਜ਼ਾ ਵਾਰ ਦੇ ਵਿੱਚ ਸੀਜ਼ ਫਾਇਰ ਕਰਵਾਉਣ ਦੇ ਵਿੱਚ ਕਿਹੜੇ ਆਬਸਟੈਕਲਸ ਨੇ, ਕਿਹੜੀਆਂ ਮਜਬੂਰੀਆਂ ਨੇ, ਔਕੜਾਂ ਨੇ, ਇਹਨਾਂ ਉੱਤੇ ਕੰਮ ਕਰਨਾ ਜ਼ਰੂਰੀ ਬਣਦਾ ਹੈ, ਤਾਂ ਕਿ ਇਸ ਦੁਨੀਆ ਨੂੰ ਅਸੀਂ ਵਾਰ ਫ੍ਰੀ ਕਰ ਸਕੀਏ, ਕ੍ਰਾਈਮ ਫ੍ਰੀ ਕਰ ਸਕੀਏ।
ਤੁਸੀਂ ਕੀ ਵਿਚਾਰ ਰੱਖਦੇ ਹੋ ਇਹਨਾਂ ਮੁੱਦਿਆਂ ਬਾਰੇ? ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ। ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।